ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਹਰ ਸਿਮਰਤ ਸਭ ਮਹਿ ਮਿਟਹਿ ਕਲੇਸ਼, ਚਰਨ ਕਮਲ ਮਨ ਮਹਿ ਪ੍ਰਵੇਸ਼। ਉਚਰਹੁ ਰਾਮ ਨਾਮ ਲਖ ਵਾਰੀ, ਅੰਮ੍ਰਿਤ ਰਸ ਪੀਵਹੁ ਪ੍ਰਭ ਪਿਆਰੀ। ਰਹਾਉ ਸੂਖ ਸਹਿਜ ਰਸ ਮਹਾ ਆਨੰਦਾ, ਜਪ ਜਪ ਜੀਵੇ ਪਰਮਾਨੰਦਾ। ਕਾਮ ਕ੍ਰੋਧ ਲੋਭ ਮਦ ਖੋਏ, ਸਾਧਕ ਸੰਗ ਕਿਲ ਵਿਖ ਸਭ ਧੋਏ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਦੀਜੈ ਸਾਧ ਰਬਾਲਾ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੀ। ਗੁਰੂ ਨਾਨਕ ਜਿਨ ਸੁਨਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਆਓ ਵਡਭਾਗੇ ਹਾਂ। ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਦੀ ਰੱਬੀ ਇਲਾਹੀ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ। ਉਪਰੰਤ ਆਪਣੇ ਸਵਾਸਾਂ ਤੇ ਸਰੀਰ ਨੂੰ ਸਫਲਾ ਕਰਨ ਵਾਸਤੇ ਹਰ ਰੋਜ਼ ਦੀ ਤਰ੍ਹਾਂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਕੇ ਲੜੀਵਾਰ ਕਥਾ ਦੇ ਨਾਲ ਆਪਣੇ ਮਨ ਦੀ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਪਾਵਨ ਹਜ਼ੂਰੀ ਅੰਦਰ ਪਹੁੰਚੇ ਹਾਂ। ਰਸਨਾ ਨੂੰ ਪਵਿੱਤਰ ਕਰੀਏ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਪਾਵਨ ਸ਼ਬਦ ਸਰਵਣ ਕੀਤਾ ਹੈ। ਗੌੜੀ ਮਹੱਲਾ ਪੰਜਵਾ। ਹਰ ਸਿਮਰਤ ਸਭ ਮਿਟਹਿ ਕਲੇਸ਼, ਚਰਨ ਕਮਲ ਮਨ ਮਹਿ ਪ੍ਰਵੇਸ਼। ਉਚਰਹੁ ਰਾਮ ਨਾਮ ਲਖ ਵਾਰੀ, ਅੰਮ੍ਰਿਤ ਰਸ ਪੀਵਹੁ ਪ੍ਰਭ ਪਿਆਰੀ। ਰਹਾਉ ਤੋਂ ਬਾਅਦ ਪਾਤਸ਼ਾਹ ਬਖਸ਼ਿਸ਼ ਕਰਦੀ ਹੈ, ਸੂਖ ਸਹਿਜ ਰਸ ਮਹਾ ਆਨੰਦਾ, ਜਪ ਜਪ ਜੀਵੇ ਪਰਮਾਨੰਦਾ। ਪਹਿਲਾਂ ਵੀ ਆਪਾਂ ਜ਼ਿਕਰ ਕੀਤਾ, ਜੋ ਮਨੁੱਖ ਜੋ ਸਰੀਰ ਰੋਜ਼ਾਨਾ ਜੁੜਦੇ ਆ ਉਹਨਾਂ ਨੂੰ ਪਤਾ ਹੈ ਕਿ ਗੌੜੀ ਰਾਗ ਚੱਲ ਰਿਹਾ ਹੈ ਤੇ ਇਹਨਾਂ ਸ਼ਬਦਾਂ ਦੇ ਵਿੱਚ ਵਿਚਾਰ ਜਿਹੜੀ ਚੱਲ ਰਹੀ ਹੈ ਇੱਕ ਤੇ ਨਾਮ ਦੀ, ਕਿ ਉਸ ਪਰਮਾਤਮਾ ਦੇ ਨਾਮ ਦੀ ਕੀਮਤ ਕੀ ਹੈ, ਕਿਉਂ ਉਸ ਮਾਲਕ ਦੇ ਨਾਮ ਨੂੰ ਜਪਣਾ ਹੈ। ਦੂਜੀ ਵਿਚਾਰ ਸਤਿਗੁਰੂ ਪਾਤਸ਼ਾਹ ਨਾਲ ਇਹਨਾਂ ਸ਼ਬਦਾਂ ਵਿੱਚ ਬਖਸ਼ਿਸ਼ ਕਰ ਰਹੇ ਹੈ, ਸੁੱਖ ਦੀ ਪਰਿਭਾਸ਼ਾ। ਕਿਉਂਕਿ ਮਨੁੱਖ ਸੰਸਾਰ ਤੇ ਕੋਈ ਵੀ ਕਾਰ ਵਿਹਾਰ ਕਰਦਾ ਹੈ ਤਾਂ ਇਹਦੇ ਮਨ ਦੇ ਵਿੱਚ ਸਭ ਤੋਂ ਪਹਿਲੀ ਆਸ ਹੁੰਦੀ ਹੈ ਕਿ ਉਹਦੇ ਵਿੱਚੋਂ ਮੈਨੂੰ ਸੁੱਖ ਮਿਲੇ। ਕੋਈ ਚੀਜ਼ ਖਰੀਦੀ, ਉਹਦੇ ਵਿੱਚੋਂ ਆਸ ਰੱਖੀ ਕਿ ਇਹ ਮੈਨੂੰ ਸੁੱਖ ਦੇਵੇਗੀ। ਕਿਉਂਕਿ ਤਿੰਨ ਚੀਜ਼ਾਂ ਮਨੁੱਖ ਆਪਣੇ ਵਾਸਤੇ ਬੜੀਆਂ ਜ਼ਰੂਰੀ ਮੰਨਦਾ ਹੈ। ਪਹਿਲਾ, ਘਰ ਚੰਗਾ ਹੋਵੇ,
ਦੂਜਾ ਦੁਨੀਆ ਦੇ ਵਿੱਚ ਸੋਭਾ ਮਾਨ ਵਡਿਆਈ ਵਧੀਆ ਹੋਵੇ, ਤੀਜਾ ਕਿ ਇਸ ਮਨੁੱਖ ਦੇ ਕੋਲ ਧਨ ਚੰਗਾ ਹੋਵੇ। ਇਹ ਤਿੰਨ ਚੀਜ਼ਾਂ ਦੀ ਇੱਛਾ ਮਨੁੱਖ ਦੇ ਮਨ ਦੇ ਵਿੱਚ ਚੱਲਦੀ ਰਹਿੰਦੀ ਹੈ। ਪਹਿਲਾ ਕਿ ਇਹ ਸਰੀਰ ਨੂੰ ਸੁਖੀ ਰੱਖਣ ਵਾਸਤੇ ਇਹ ਸਾਰੇ ਸਾਧਨ ਕੀਤੇ, ਘਰ ਚੰਗਾ ਹੋਵੇ, ਧਨ ਵਧੀਆ ਹੋਵੇ ਕੋਲ, ਤੇ ਦੁਨੀਆ ਦੇ ਵਿੱਚ ਸੋਭਾ ਵਡਿਆਈ ਚੰਗੀ ਹੋਵੇ। ਕਿਉਂਕਿ ਜੇ ਘਰ ਚੰਗਾ ਹੋਵੇਗਾ ਤੇ ਸਰੀਰ ਸੁਖੀ ਰਹੇਗਾ, ਜੇ ਧਨ ਚੰਗਾ ਹੋਵੇਗਾ ਤੇ ਲੋਕੀ ਆਓ ਭਗਤ ਚੰਗੀ ਕਰਨਗੇ। ਕਿਉਂਕਿ ਬਿਨਾਂ ਧਨ ਤੋਂ ਦੁਨੀਆ ਦੇ ਵਿੱਚ ਮਾਣ ਵਡਿਆਈ ਕੋਈ ਨਹੀਂ ਕਰਦਾ। ਪਰ ਪਰਮਾਤਮਾ ਦੇ ਉਸ ਮਾਲਕ ਦੇ ਰਸਤੇ ਦੀ ਗੱਲ ਵੱਖਰੀ ਹੈ। ਪਰ ਦੁਨੀਆ ਦੇ ਵਿੱਚ ਵਿਚਰਨ ਵਾਸਤੇ ਪਾਤਸ਼ਾਹ ਕਹਿੰਦੇ ਇਹ ਇਸ ਚੀਜ਼ ਦੀ ਆਸ ਰੱਖਦਾ, ਤੀਜੀ ਆਸ ਜਿਹੜੀ ਰੱਖਦਾ ਹੈ ਕਿ ਇਸ ਦੁਨੀਆ ਦੇ ਵਿੱਚ, ਇਸ ਸੰਸਾਰ ਦੇ ਵਿੱਚ ਰੁਤਬਾ ਮਾਣ ਵਡਿਆਈ ਚੰਗੀ ਹੋਵੇ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਆ, ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਈ। ਹੁਣ ਇਸ ਸਰੀਰ ਨੂੰ ਸੁਖੀ ਰੱਖਣ ਵਾਸਤੇ ਬੜੇ ਯਤਨ ਕੀਤੇ। ਪਾਤਸ਼ਾਹ ਕਹਿੰਦੇ ਗਰਮੀਆਂ ਦੇ ਵਿੱਚ ਗਰਮੀਆਂ ਤੋਂ ਬਚਣ ਵਾਸਤੇ, ਠੰਡ ਰੱਖਣ ਵਾਸਤੇ ਸਾਧਨ ਕੀਤੇ। ਸਰਦੀਆਂ ਆਈਆਂ, ਸਰਦੀਆਂ ਦੀ ਠੰਡ ਤੋਂ ਇਸ ਸਰੀਰ ਨੂੰ ਬਚਾਉਣ ਵਾਸਤੇ ਬੜੇ ਯਤਨ ਕੀਤੇ। ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਸਵਾਲ ਇਹ ਖੜਾ ਹੁੰਦਾ ਹੈ, ਰੋਜ਼ਾਨਾ ਆਪਾਂ ਲੜੀਵਾਰ ਵਿਚਾਰ ਸਰਵਣ ਕਰਦੇ ਹਾਂ ਤੇ ਸ਼ਾਇਦ ਇਹ ਗੱਲ ਸਮਝ 'ਚ ਪੈਣ ਲੱਗੀ ਹੋਣੀ ਹੈ ਕਿ ਦੁੱਖ ਇੱਕ ਸਰੀਰ ਨੂੰ ਲੱਗਦਾ, ਇੱਕ ਮਨ ਨੂੰ ਲੱਗਦਾ ਹੈ। ਇੱਕ ਸਰੀਰ ਰੋਗੀ ਹੁੰਦਾ, ਇੱਕ ਮਨ ਰੋਗੀ ਹੁੰਦਾ, ਤੇ ਦੋਨਾਂ ਰੋਗਾਂ ਦੀ ਗੱਲ ਪਾਤਸ਼ਾਹ ਨੇ ਬਾਣੀ ਵਿੱਚ ਕੀਤੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਈ। ਜੇ ਸਰੀਰ ਨੂੰ ਸੌਖਾ ਰੱਖਣ ਦੇ, ਸਰੀਰ ਨੂੰ ਸੁਖੀ ਰੱਖਣ ਦੇ ਇੰਨੇ ਸਾਧਨ ਕਰ ਲਏ, ਫਿਰ ਪਾਤਸ਼ਾਹ ਕਹਿੰਦੇ ਦੁਖੀ ਕਿਉਂ ਹੈ? ਕਿਉਂਕਿ ਸਰੀਰ ਤੇ ਸੁਖੀ ਹੈ ਨਾ, ਘਰ ਵੀ ਸੋਹਣਾ ਹੈ, ਲੋਕਾਂ ਵਿੱਚ ਮਾਣ ਵਡਿਆਈ ਚੰਗੀ ਹੈ, ਤੇ ਸਤਿਗੁਰੂ ਕਹਿੰਦੇ ਧਨ ਪਦਾਰਥ ਵੀ ਚੰਗਾ, ਪਰ ਫਿਰ ਵੀ ਰੋਂਦਾ ਹੈ, ਫਿਰ ਵੀ ਕਲਪਦਾ ਹੈ, ਫਿਰ ਵੀ ਦੁਖੀ ਹੈ। ਉਹ ਸੁੱਖ ਅੰਦਰ ਦਾ, ਉਹ ਸ਼ਾਂਤੀ, ਉਹ ਸਹਿਜ ਫਿਰ ਵੀ ਨਹੀਂ। ਕਿਉਂ? ਕਿਉਂਕਿ ਸਵਾਲ ਹੈ ਨਾ। ਤੇ ਦੂਜੀ ਗੱਲ ਪਾਤਸ਼ਾਹ ਕਹਿੰਦੇ ਜਿੰਨਾ ਸਮਾਂ ਇਸ ਚੀਜ਼ ਨੂੰ ਕਬੂਲਦਾ ਨਹੀਂ, ਜੜ ਤੱਕ ਨਹੀਂ ਜਾਂਦਾ ਕਿ ਦੁੱਖ ਕੀ ਹੈ, ਤੇ ਉਸ ਤੋਂ ਬਾਅਦ ਉਸ ਨੂੰ ਕਬੂਲਦਾ ਨਹੀਂ, ਉਹਨਾਂ ਸਮਾਂ ਪਾਤਸ਼ਾਹ ਕਹਿੰਦੇ ਇਹਦਾ ਇਲਾਜ ਸੰਭਵ ਨਹੀਂ ਹੋ ਸਕਦਾ। ਕਿਉਂਕਿ ਬਿਮਾਰੀ ਦਾ ਇਲਾਜ ਤਦ ਹੁੰਦਾ ਹੈ ਜਦੋਂ ਮਨੁੱਖ ਇਹ ਚੀਜ਼ ਕਬੂਲ ਲੈਂਦਾ ਕਿ ਮੈਂ ਬਿਮਾਰ ਹਾਂ ਜਾਂ ਮੈਨੂੰ ਕੋਈ ਰੋਗ ਲੱਗਿਆ। ਜੇ ਕਬੂਲਦਾ ਫੇਰ ਹੀ ਡਾਕਟਰ ਕੋਲ ਜਾਂਦਾ ਹੈ ਨਾ। ਸਰੀਰ ਦੇ ਰੋਗਾਂ ਨੂੰ ਤੇ ਕਬੂਲ ਲੈਂਦਾ, ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ BP ਹੈ, ਕਿਸੇ ਨੂੰ ਲੀਵਰ ਦੀ ਪ੍ਰੋਬਲਮ ਆ, ਕਿਸੇ ਨੂੰ ਕੋਈ ਹੋਰ ਸਰੀਰਕ ਰੋਗ ਲੱਗਿਆ, ਤੇ ਬੰਦਾ ਕਬੂਲ ਲੈਂਦਾ। ਕਬੂਲ ਕੇ ਡਾਕਟਰ ਕੋਲ ਜਾਂਦਾ ਦਵਾਈ ਲੈਣ ਵਾਸਤੇ, ਠੀਕ ਹੋ ਜਾਂਦਾ। ਪਰ ਮਨ ਦੇ ਰੋਗਾਂ ਨੂੰ ਕਬੂਲਣਾ ਬੜੀ ਔਖੀ ਗੱਲ ਹੈ। ਹੁਣ ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਉਦਾਹਰਣ ਬਖਸ਼ਿਸ਼ ਕਰਦੇ ਹੈ। ਸਤਿਗੁਰੂ ਕਹਿੰਦੇ ਪੰਚਮ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ, ਕਹਿੰਦੇ ਜਦੋਂ ਸੰਸਾਰ ਅੰਦਰ ਨਿਗਾਹ ਮਾਰਦੇ ਆ ਨਾ, 5 ਜੀਵਾਂ ਦੀ ਉਦਾਹਰਣ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਧਿਆਨ ਨਾਲ ਸੁਣਨਾ। ਸਤਿਗੁਰੂ ਜੀ ਕਹਿੰਦੇ ਹਾਥੀ ਨੂੰ ਪਰਮਾਤਮਾ ਨੇ ਇੱਕ ਰੋਗ ਦਿੱਤਾ, ਹਾਥੀ ਦੇ ਵਿੱਚ ਕਾਮ ਦਾ ਰੋਗ ਹੈ। ਸਤਿਗੁਰੂ ਕਹਿੰਦੇ ਉਸ ਕਾਮ ਦੇ ਰੋਗ ਕਰਕੇ ਉਹ ਸਾਰੀ ਉਮਰ ਦੇ ਵਾਸਤੇ ਬੰਧਿਆ ਜਾਂਦਾ ਹੈ। ਇੱਕ ਰੋਗ ਨੇ ਉਹਨੂੰ ਬੰਦੀ ਬਣਾ ਦਿੱਤਾ, ਉਹਨੂੰ ਗੁਲਾਮ ਬਣਾ ਦਿੱਤਾ। ਮਹਾਵਤ ਦੇ ਵਸ ਹੋ ਗਿਆ, ਘਰ ਘਰ ਜਾ ਕੇ ਮੰਗਦਾ। ਕਿਉਂਕਿ ਗੁਰਬਾਣੀ ਦਾ ਸ਼ਬਦ ਹੈ, ਪਾਤਸ਼ਾਹ ਕਹਿੰਦੇ ਕਾਮ ਰੋਗ ਮੈਗਲ ਵਸ ਕੀਨਾ, ਕਾਮ ਸੁਭਾਏ ਗਜ ਬਸ ਭਰਿਓ, ਮਨ ਬਉਰਾ ਰੇ ਅੰਕਸ ਸਹਿਓ ਸੀਸ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਾਥੀ ਨੂੰ ਇੱਕ ਰੋਗ ਸੀ, ਇੱਕ ਰੋਗ ਕਰਕੇ ਉਹਨੂੰ ਮਹਾਵਤ ਨੇ ਬੰਨ ਲਿਆ। ਕਾਗਜ਼ਾਂ ਦੀ ਹਥਨੀ ਬਣਾ ਕੇ ਜੰਗਲ ਦੇ ਵਿੱਚ ਟੋਆ ਪੁੱਟ ਕੇ ਖੜਾ ਦਿੰਦੇ ਆ, ਕਾਮ ਦੇ ਵਸ ਹੋ ਕੇ ਆ ਕੇ ਉਹ ਟੋਏ ਦੇ ਵਿੱਚ ਡਿੱਗ ਜਾਂਦਾ ਹੈ। ਉਸ ਤੋਂ ਬਾਅਦ ਉਹਦੇ ਸਿਰ ਦੇ ਉੱਪਰ ਸੇਲਿਆਂ ਦੀ ਮਾਰ ਮਾਰੀ ਜਾਂਦੀ ਹੈ, ਜਿਸ ਕਰਕੇ ਉਹਨੂੰ ਵਸ ਵਿੱਚ ਕਰ ਲਿਆ ਜਾਂਦਾ ਹੈ। ਅੱਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਮਿਰਗ ਹੈ,
ਮਿਰਗ ਨੂੰ ਕੰਨਾਂ ਦਾ ਰੋਗ ਹੈ। ਕੰਨਾਂ ਦਾ ਰੋਗ ਕੀ ਹੈ ਕਿ ਉਹ ਕੰਦਾ ਹੇੜੇ ਦਾ ਸ਼ਬਦ ਉਹਦਾ ਇੰਨਾ ਮੁਰੀਦ ਹੈ ਕਿ ਜਦੋਂ ਸ਼ਿਕਾਰੀ ਕੰਡਾ ਹੇੜੇ ਦਾ ਨਾਦ ਵਜਾਉਂਦਾ ਹੈ ਨਾ, ਸ਼ਬਦ ਵਜਾਉਂਦਾ ਹੈ, ਕਹਿੰਦੇ ਉਸ ਦਾ ਮੁਰੀਦ ਹੋ ਕੇ ਕੰਨਾਂ ਦੇ ਵਸ ਹੋ ਕੇ ਕਹਿੰਦੇ ਸ਼ਿਕਾਰੀ ਦੇ ਪੈਰਾਂ ਦੇ ਵਿੱਚ ਜਾ ਕੇ ਡਿੱਗ ਜਾਂਦਾ ਤੇ ਸ਼ਿਕਾਰੀ ਫੜ ਲੈਂਦਾ। ਇੱਕ ਕੰਨਾਂ ਦੇ ਰੋਗ ਕਰਕੇ ਉਹ ਆਪਣੀ ਜਾਨ ਗਵਾ ਲੈਂਦਾ, ਆਪਣੇ ਆਪ ਨੂੰ ਸ਼ਿਕਾਰੀ ਦੇ ਵਸ ਵਿੱਚ ਦੇ ਦਿੰਦਾ। ਤੇ ਤੀਜੀ ਉਦਾਹਰਣ ਸਤਿਗੁਰੂ ਪਾਤਸ਼ਾਹ ਪਤੰਗੇ ਦੀ ਬਖਸ਼ਿਸ਼ ਕਰਦੇ ਆ। ਕਹਿੰਦੇ ਪਤੰਗਾ ਜਿਹੜਾ ਲਾਈਟ ਦੇ ਉੱਪਰ ਮੱਚ ਜਾਂਦਾ ਹੈ। ਚੌਥੀ ਉਦਾਹਰਣ ਸਤਿਗੁਰੂ ਜੀ ਮੱਛੀ ਦੀ ਬਖਸ਼ਿਸ਼ ਕਰਦੇ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਮੱਛੀ ਨੂੰ ਜੀਭ ਦਾ ਚਸਕਾ ਹੈ। ਮੱਛੀ ਨੂੰ ਫੜਨ ਵਾਲਾ ਬੰਦਾ ਕੁੰਡੀ ਦੇ ਉੱਪਰ ਆਟਾ ਲਾ ਕੇ ਪਾਣੀ ਦੇ ਵਿੱਚ ਸੁੱਟ ਦਿੰਦਾ, ਉਹ ਜੀਭ ਦੇ ਰਸ ਦੇ ਵਿੱਚ, ਤੇ ਕਹਿੰਦੇ ਆਪਣੇ ਆਪ ਨੂੰ ਉਸ ਫੜਨ ਵਾਲੇ ਦੇ ਹਵਾਲੇ ਕਰ ਦਿੰਦੀ ਹੈ, ਸਿਰਫ ਇੱਕ ਜੀਭ ਦੇ ਚਸਕੇ ਕਰਕੇ। ਤੇ ਪੰਜਵੀਂ ਉਦਾਹਰਣ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭੌਰਾ ਫੁੱਲ ਦੇ ਉੱਪਰ ਬੈਠਦਾ, ਉਹਨੂੰ ਨੱਕ ਦਾ ਰੋਗ ਹੈ, ਉਹਨੂੰ ਵਾਸ਼ਨਾ ਚੰਗੀ ਲੱਗਦੀ ਹੈ, ਉਹ ਵਾਸ਼ਨਾ ਦੇ ਵਸ ਹੋ ਕੇ ਫੁੱਲ ਦੇ ਵਿੱਚ ਬੈਠ ਜਾਂਦਾ ਹੈ, ਸਾਰਾ ਦਿਨ ਉਹਦਾ ਰਸ ਚੂਸਦਾ ਹੈ। ਤੇ ਕਹਿੰਦੇ ਸ਼ਾਮਾਂ ਹੁੰਦੀਆਂ ਇੰਨਾ ਮਸਤ ਹੋ ਜਾਂਦਾ ਉਸ ਰਸ ਦੇ ਵਿੱਚ, ਉਸ ਵਾਸ਼ਨਾ ਦੇ ਵਿੱਚ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸ਼ਾਮਾਂ ਪੈਣ ਵੇਲੇ ਜਦੋਂ ਫੁੱਲ ਦੀ ਕਲੀ ਬੰਦ ਹੁੰਦੀ ਹੈ ਨਾ, ਉਹਦੇ ਵਿੱਚ ਉਹ ਬੰਦ ਹੋ ਜਾਂਦਾ, ਉਹਦੀ ਜਾਨ ਚਲੀ ਜਾਂਦੀ ਹੈ ਇੱਕ ਰੋਗ ਕਰਕੇ। ਹੁਣ ਇੱਕ ਰੋਗ ਨੇ ਹਾਥੀ ਨੂੰ ਮੁਹਾਵਤ ਦੇ ਵਸ ਕੀਤਾ, ਇੱਕ ਰੋਗ ਨੇ ਮਿਰਗ ਨੂੰ ਸ਼ਿਕਾਰੀ ਦੇ ਵਸ ਵਿੱਚ ਕੀਤਾ, ਜਾਨ ਗਵਾ ਲਈ। ਇੱਕ ਰੋਗ ਨੇ ਪਤੰਗੇ ਨੂੰ ਸ਼ਮਾ ਦੇ ਉੱਪਰ, ਲਾਈਟ ਦੇ ਉੱਪਰ ਛੜਨ ਵਾਸਤੇ ਮਜਬੂਰ ਕੀਤਾ। ਇੱਕ ਰੋਗ ਨੇ ਮੱਛੀ ਨੂੰ ਖਤਮ ਕੀਤਾ, ਉਹਦਾ ਜੀਵਨ ਬਰਬਾਦ ਕੀਤਾ ਉਹਦੇ ਜੀਭ ਦੇ ਚਸਕੇ ਨੇ। ਤੇ ਇੱਕ ਰੋਗ ਹੀ ਪਾਤਸ਼ਾਹ ਕਹਿੰਦੇ ਭੌਰੇ ਨੂੰ ਉਹਦੀ ਜ਼ਿੰਦਗੀ ਖਤਮ ਕਰ ਗਿਆ, ਉਹਨੂੰ ਉਹਦੇ ਜੀਵਨ ਨੂੰ ਬਰਬਾਦ ਕਰ ਗਿਆ। ਪਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਵਸ ਕੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖੱਪ ਗਏ ਕੁਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਪਾਤਸ਼ਾਹ ਕਹਿੰਦੇ ਜਿਹਬਾ ਰੋਗ ਮੀਨ ਗ੍ਰਸਿਆਨੋ, ਬਾਸਨ ਰੋਗ ਭਵਰ ਬਿਨਸਾਨੋ, ਹੇਤ ਰੋਗ ਕਾ ਸਗਲ ਸੰਸਾਰਾ, ਤ੍ਰਿਪਦ ਰੋਗ ਮੈਂ ਬੱਧੇ ਵਿਕਾਰਾ। ਹੁਣ ਸਤਿਗੁਰੂ ਕਹਿੰਦੇ ਉਹਨਾਂ ਵਿੱਚ ਤੇ ਇੱਕ ਇੱਕ ਸੀ, ਇੱਕ ਇੱਕ ਕਰਕੇ ਉਹਨਾਂ ਨੇ ਜੀਵਨ ਬਰਬਾਦ ਕਰ ਲਿਆ, ਪਰ ਤੇਰੇ ਵਿੱਚ ਤੇ ਪੰਜੇ ਹੀ ਹੈ ਨਾ। ਤੇਰੇ ਵਿੱਚ ਅੱਖਾਂ ਦਾ ਰੋਗ ਹੈ, ਪਤੰਗੇ 'ਚ ਅੱਖਾਂ ਦਾ ਰੋਗ ਸੀ, ਉਹਨੂੰ ਰੌਸ਼ਨੀ ਚੰਗੀ ਲੱਗਦੀ ਸੀ। ਪਰ ਸੱਚੇ ਪਾਤਸ਼ਾਹ ਕਹਿੰਦੇ ਹੁਣ ਧਿਆਨ ਨਾਲ ਸੁਣੀ। ਆਪਾਂ ਪਹਿਲਾਂ ਗੱਲ ਕੀਤੀ ਹੈ ਨਾ, ਜੇ ਰੋਗ ਨੂੰ ਪ੍ਰਵਾਨ ਕਰੇਗਾ ਕਿ ਮੈਂ ਰੋਗੀ ਹਾਂ, ਫਿਰ ਰੋਗ ਠੀਕ ਹੋ ਸਕਦਾ ਹੈ। ਜਿੰਨਾ ਸਮਾਂ ਇਹ ਕਬੂਲ ਹੀ ਨਹੀਂ ਕਰਦਾ ਕਿ ਮੈਂ ਰੋਗੀ ਹਾਂ, ਹੁਣ ਕਿਹੜਾ ਬੰਦਾ ਕਹਿੰਦਾ ਜੀ ਮੇਰੇ ਅੰਦਰ ਹਉਮੈ ਆ। ਪਰ ਸਤਿਗੁਰੂ ਕਹਿੰਦੇ ਹਉਮੈ ਰੋਗ ਮਾਨੁਖ ਕੋ ਦੀਨਾ, ਸਭ ਤੋਂ ਵੱਡਾ ਰੋਗ ਮਨੁੱਖ ਨੂੰ ਪ੍ਰਮਾਤਮਾ ਨੇ ਇਹਦੇ ਜਨਮ ਵੇਲੇ ਇਹਦੇ ਅੰਦਰ ਪਾ ਦਿੱਤਾ। ਜਿਨ ਰਚ ਰਚਿਆ ਪੁਰਖ ਵਿਦਾਤੈ, ਨਾਲੇ ਹਉਮੈ ਪਾਈ। ਕਹਿੰਦੇ ਇਹਦੇ ਅੰਦਰ ਹਉਮੈ ਪਾ ਦਿੱਤੀ ਤੇ ਸਾਰੀ ਜ਼ਿੰਦਗੀ ਇਸ ਹਉਮੈ ਦੇ ਰੋਗ ਨਾਲ ਦੁਖੀ ਹੁੰਦਾ ਰਹਿੰਦਾ, ਕਦੇ ਇਹ ਕਬੂਲ ਨਹੀਂ ਕਰਦਾ ਕਿ ਮੇਰੇ ਅੰਦਰ ਹਉਮੈ ਆ, ਕਿ ਮੈਂ ਰੋਗੀ ਆ। ਹੁਣ ਪਾਤਸ਼ਾਹ ਕਹਿੰਦੇ ਇੱਕ ਇੱਕ ਰੋਗ ਕਰਕੇ ਉਹਨਾਂ ਨੇ ਜੀਵਨ ਬਰਬਾਦ ਕੀਤਾ, ਪਰ ਤੇਰੇ ਅੰਦਰ ਪੰਜੇ ਹੈ, ਤੇਰੀਆਂ ਅੱਖਾਂ ਪਰਾਇਆ ਰੂਪ ਵੇਖਦੀਆਂ ਨੇ, ਪਰ ਤੂੰ ਮੰਨ ਕੇ ਰਾਜੀ ਨਹੀਂ। ਲੋਕਾਂ ਤੋਂ ਲੁਕੋ ਸਕਦਾ ਪਰ ਮਾਲਕ ਤੋਂ ਥੋੜੀ ਲੁਕੋਇਆ ਜਾਂਦਾ। ਤੇਰੇ ਕੰਨ ਉਸਤਤ ਸੁਣ ਕੇ ਰਾਜੀ ਨੇ ਤੇ ਦੂਜੇ ਦੀ ਨਿੰਦਿਆ ਸੁਣ ਕੇ ਰਾਜੀ ਨਹੀਂ। 24 ਘੰਟਿਆਂ ਦੇ ਵਿੱਚੋਂ ਸਤਿਗੁਰੂ ਕਹਿੰਦੇ ਆਪਣੇ ਆਪ ਵੱਲ ਵੇਖ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸੂਖ ਸਹਿਜ ਰਸ ਮਹਾ ਆਨੰਦਾ, ਜਪ ਜਪ ਜੀਵੇ ਪਰਮਾਨੰਦਾ। ਇਹ ਸੁਖ, ਇਹ ਸ਼ਾਂਤੀ, ਇਹ ਸਹਿਜ ਉਦਨ ਆਉਣਾ ਜਿੱਦਨ ਆਪਣੇ ਅੰਦਰ ਦੀ ਪਛਾਣ ਹੋਗੀ। ਕਿਉਂਕਿ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਇੱਕ ਤੇ ਹੁੰਦੀਆਂ ਗੱਲਾਂ ਕਰਨੀਆਂ ਦੁਨਿਆਵੀ, ਪਰ ਇੱਕ ਸ਼ਬਦ ਦੀ ਵਿਚਾਰ ਜਿਹੜੀ ਸਾਡੇ ਅੰਦਰ ਦੀ ਪਛਾਣ ਕਰਵਾਉਂਦੀ ਹੈ। ਸ਼ਬਦ ਜਿਹੜਾ ਨਾ, ਗੁਰਬਾਣੀ ਇੱਕ ਸੀਸਾ ਹੈ, ਇੱਕ ਦੁਨਿਆਵੀ ਸੀਸਾ ਜਿਹੜਾ ਸਾਨੂੰ ਬਾਹਰੀ ਸ਼ਕਲ ਦਿਖਾਉਂਦਾ ਕਿ ਸਾਡੀ ਸ਼ਕਲ ਕਿੱਦਾਂ ਦੀ ਹੈ, ਜਿਹਦੇ ਵਿੱਚ ਅਸੀਂ ਆਪਣੇ ਰੂਪ ਨੂੰ ਸਵਾਰਨ ਦਾ ਯਤਨ ਬੰਦਾ ਸਾਰੀ ਉਮਰ ਕਰਦਾ ਰਹਿੰਦਾ। ਪਰ ਇੱਕ ਸੀਸਾ ਗੁਰਬਾਣੀ ਹੈ
ਜੇ ਗੁਰਬਾਣੀ ਦੇ ਸ਼ੀਸ਼ੇ ਨੂੰ ਸਤਿਗੁਰੂ ਕਹਿੰਦੇ ਜਿੱਦਣ ਤੱਕ ਲਿਆ ਨਾ, ਦੁਨਿਆਵੀ ਸ਼ੀਸ਼ਾ ਤੇ ਬਾਹਰਲੀ ਸ਼ਕਲ ਸਵਾਰਦਾ ਹੈ, ਪਰ ਇਹ ਗੁਰਬਾਣੀ ਦਾ ਸ਼ੀਸ਼ਾ ਤੇਰੇ ਅੰਦਰ ਦੀ ਸ਼ਕਲ ਸਵਾਰੇਗਾ। ਪਰ ਤੇਰੇ ਅੰਦਰ ਸੁਣਨ ਦੀ ਸ਼ਕਤੀ ਹੋਣੀ ਚਾਹੀਦੀ ਹੈ, ਤੇਰੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਸ਼ਬਦ ਦੇ ਵਿਚਾਰ ਨੂੰ ਪਕੜਨ ਦੀ। ਤਾਂ ਪਾਤਸ਼ਾਹ ਕਹਿੰਦੇ ਜਿੱਦਣ ਇਹ ਅਹਿਸਾਸ ਹੋ ਗਿਆ ਕਿ ਮੇਰੀਆਂ ਅੱਖਾਂ ਰੋਗੀ ਹੈ, ਇਹ ਗਲਤ ਵੇਖਦੀਆਂ ਨੇ, ਮੇਰੇ ਕੰਨ ਰੋਗੀ ਹੈ, ਇਹ ਉਸਤਤ ਸੁਣ ਕੇ ਖੁਸ਼ ਹੁੰਦੇ ਆ, ਦੂਜੇ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦੇ ਆ। ਪਾਤਸ਼ਾਹ ਕਹਿੰਦੇ ਜਿੱਦਣ ਇਹ ਪਤਾ ਲੱਗ ਗਿਆ ਕਿ ਮੇਰਾ ਨੱਕ ਬਾਸ਼ਨਾ ਦਾ ਵੱਧਾ ਹੋਇਆ, ਇਹਨੂੰ ਬਾਸ਼ਨਾ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਜਿਹੜੀਆਂ ਮਨਾਈ ਹੈ, ਫਿਰ ਪਾਤਸ਼ਾਹ ਕਹਿੰਦੇ ਉਦਣ ਇਹਦੀ ਜੀਭਾ ਵੱਲ ਜਿੱਦਣ ਇਹ ਧਿਆਨ ਮਾਰੇਗਾ ਨਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ, ਉਦਣ ਫਿਰ ਇਹਦਾ ਖਾਣਾ ਵੀ ਸਹੀ ਹੋ ਜਾਵੇਗਾ। ਜਿਹੜਾ ਅੱਜ ਖਾਣਾ ਵੀ ਵਿਕਾਰੀ ਹੈ, ਨੱਕ ਨਾਲ ਬਾਸ਼ਨਾ ਲੈਣੀ ਵੀ ਵਿਕਾਰੀ ਹੈ, ਅੱਖਾਂ ਨਾਲ ਵੇਖਦਾ ਵੀ ਗਲਤ ਹੈ, ਤੇ ਕੰਨਾਂ ਨਾਲ ਪਾਤਸ਼ਾਹ ਕਹਿੰਦੇ ਸੁਣਦਾ ਵੀ ਗਲਤ ਹੈ, ਫਿਰ ਸਤਿਗੁਰੂ ਕਹਿੰਦੇ ਸੁੱਖ ਕਿੱਥੋਂ ਆਵੇਗਾ? ਸੁੱਖ ਦੀ ਤੇ ਗੱਲ ਨਹੀਂ ਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਇਹ ਤੇਰੇ ਰੋਗ ਨੇ, ਜਿਨ੍ਹਾਂ ਰੋਗਾਂ ਦਾ ਸ਼ੀਸ਼ਾ ਤੈਨੂੰ ਗੁਰਬਾਣੀ ਨੇ ਦਿਖਾਉਣਾ ਹੈ, ਗੁਰੂ ਸ਼ਬਦ ਨੇ ਦਿਖਾਉਣਾ ਹੈ। ਬਾਹਰੀ ਤੌਰ ਤੇ ਕੋਈ ਵੈਦ ਕੋਈ ਡਾਕਟਰ ਇਹਨਾਂ ਰੋਗਾਂ ਬਾਰੇ ਜਾਣਕਾਰੀ ਨਹੀਂ ਦੇ ਸਕਦਾ, ਭਾਵੇਂ ਕਿੱਡਾ ਵੀ ਵੱਡਾ ਡਾਕਟਰ ਹੋਵੇ। ਮਨ ਦੇ ਰੋਗਾਂ ਬਾਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਕੇਵਲ ਦੱਸ ਸਕਦਾ ਤੇ ਉਹ ਗੁਰੂ ਹੈ, ਗੁਰਬਾਣੀ ਹੈ, ਗੁਰੂ ਸ਼ਬਦ ਹੈ। ਤੇ ਅੱਗੇ ਤੂੰ ਕਬੂਲ ਕਰਦਾ ਕਿ ਨਹੀਂ ਕਰਦਾ? ਜੇ ਤੇ ਕਰਦਾ ਫਿਰ ਤੇ ਪਾਤਸ਼ਾਹ ਕਹਿੰਦੇ ਇਹਨਾਂ ਦਾ ਇਲਾਜ ਵੀ ਅੱਗੇ ਹੈ। ਇਲਾਜ ਕੀ ਹੈ? ਉਹ ਇਲਾਜ ਦੀ ਬਖਸ਼ਿਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਪਾਵਨ ਸ਼ਬਦ ਵਿੱਚ ਕਰਦੇ ਹਨ। ਗੌੜੀ ਮਹੱਲਾ ਪੰਜਵਾ। ਹਰ ਸਿਮਰਤ ਸਭ ਮਿਟਹਿ ਕਲੇਸ਼, ਚਰਨ ਕਮਲ ਮਨ ਮਹਿ ਪਰਵੇਸ਼। ਹੁਣ ਸਤਿਗੁਰੂ ਕਹਿੰਦੇ ਜਿਹੜੇ ਰੋਗਾਂ ਦੀ ਗੱਲ ਕੀਤੀ ਹੈ ਧਿਆਨ ਨਾਲ ਸਮਝਣਾ। ਇਹ 5 ਰੋਗਾਂ ਦੀ ਗੱਲ ਕੀਤੀ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਅੱਖਾਂ ਦਾ ਰੋਗ, ਕੰਨਾਂ ਦਾ ਰੋਗ, ਨੱਕ ਦਾ ਰੋਗ, ਜੀਭਾ ਦਾ ਰੋਗ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਸਾਰੇ ਕਲੇਸ਼ ਦਾ ਕਾਰਨ ਹੈ। ਪਰ ਅਸੀਂ ਜੇ ਤੇ ਉੱਪਰੋਂ ਉੱਪਰੋਂ ਸੁਣਦੇ ਹਾਂ ਫਿਰ ਤੇ ਬਹੁਤ ਛੋਟੀ ਗੱਲ ਹੈ, ਪਰ ਜੇ ਅੰਦਰੋਂ ਮਨ ਤੋਂ ਇਸ ਚੀਜ਼ ਨੂੰ ਕਬੂਲਦੇ ਹਾਂ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਰ ਸਿਮਰਤ ਸਭ ਮਿਟੈ ਕਲੇਸ਼। ਅੱਖਾਂ ਨਾਲ ਗਲਤ ਵੇਖਿਆ ਕਲੇਸ਼ ਬਣ ਗਿਆ, ਕੰਨਾਂ ਨਾਲ ਗਲਤ ਸੁਣਿਆ, ਕਿਸੇ ਦੀ ਨਿੰਦਿਆ ਚੁਗਲੀ ਸੁਣੀ, ਅੱਗੇ ਜਵਾਨ ਨੇ ਜਾ ਕੇ ਉਹੀ ਬੋਲਤਾ, ਟ੍ਰਾਂਸਫਰ ਕਰਤਾ। ਪਹਿਲਾਂ ਅੱਖਾਂ ਨਾਲ ਗਲਤ ਵੇਖਿਆ, ਫਿਰ ਕੰਨਾਂ ਨਾਲ ਗਲਤ ਸੁਣਿਆ, ਫਿਰ ਅੱਗੇ ਜਾ ਕੇ ਜੀਭ ਦੇ ਨਾਲ ਉਹੀ ਬੋਲਤਾ। ਕਲੇਸ਼ ਦਾ ਕਾਰਨ ਬਣ ਗਿਆ ਨਾ, ਕਿਉਂਕਿ ਜ਼ਿਆਦਾਤਰ ਕਲੇਸ਼ ਜਾਂ ਤੇ ਕੰਨਾਂ ਦੇ ਨਾਲ ਸੁਣੇ ਨਾਲ ਹੁੰਦਾ ਜਾਂ ਫਿਰ ਅੱਖਾਂ ਦੇ ਨਾਲ ਵੇਖੇ ਨਾਲ ਹੁੰਦਾ। ਅਸੀਂ ਕਹਿ ਦਿੰਦੇ ਹਾਂ ਅੱਖਾਂ ਨਾਲ ਵੇਖਿਆ ਝੂਠ ਨਹੀਂ ਹੁੰਦਾ, ਪਰ ਇਹ ਕੋਈ ਸੱਚਾਈ ਨਹੀਂ। ਅੱਖਾਂ ਦੇ ਨਾਲ ਵੇਖਿਆ ਵੀ ਜ਼ਿਆਦਾਤਰ ਝੂਠ ਹੁੰਦਾ। ਪਾਤਸ਼ਾਹ ਕਹਿੰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਰ ਸਿਮਰਤ ਸਭ ਮਿਟੈ ਕਲੇਸ਼। ਹੁਣ ਸਤਿਗੁਰੂ ਕਹਿੰਦੇ ਇਹ ਰੋਗਾਂ ਤੋਂ ਜਾਣੂ ਤੇ ਤੂੰ ਹੋ ਗਿਆ, ਇਹਨਾਂ ਬਿਮਾਰੀਆਂ ਤੋਂ ਜਿਹੜੀਆਂ ਮਨ ਦੀਆਂ ਵਪਾਰੀਆਂ ਨੇ, ਸਰੀਰ ਦੀਆਂ ਬਿਮਾਰੀਆਂ ਨੇ, ਇਹਨਾਂ ਤੋਂ ਜਾਣੂ ਤੇ ਤੂੰ ਹੋ ਗਿਆ। ਪਰ ਪਾਤਸ਼ਾਹ ਕਹਿੰਦੇ ਇਹ ਮਿਟਣਗੀਆਂ ਕਿਵੇਂ? ਹਰ ਸਿਮਰਤ ਸਭ ਮਿਟੈ ਕਲੇਸ਼। ਪਰਮਾਤਮਾ ਦਾ ਨਾਮ ਜਪਿਆ, ਵਾਹਿਗੁਰੂ ਜਪਿਆ, ਬਾਣੀ ਪੜ੍ਹਿਆ, ਉਸ ਮਾਲਕ ਨਾਲ ਸਾਂਝ ਬਣਾਇਆ। ਸਤਿਗੁਰੂ ਕਹਿੰਦੇ ਇਹ ਸਾਰੇ ਕਲੇਸ਼ ਖਤਮ ਹੋ ਜਾਣਗੇ। ਤੇ ਜਿਉਂ-ਜਿਉਂ ਇਹ ਕਲੇਸ਼, ਇਹ ਦੁੱਖ, ਇਹ ਰੋਗ ਖਤਮ ਹੋਣਗੇ, ਚਰਨ ਕਮਲ ਮਨ ਮਹਿ ਪਰਵੇਸ਼, ਉਦਾਂ ਗੁਰੂ ਦਾ ਉਪਦੇਸ਼ ਹਿਰਦੇ ਅੰਦਰ ਟਿਕਦਾ ਜਾਵੇਗਾ। ਚਰਨ ਕਮਲ ਮਨ ਮਹਿ ਪਰਵੇਸ਼। ਹੁਣ ਇਹ ਸਾਡਾ ਨਿੱਤ ਦਾ ਸਵਾਲ ਹੈ ਕਿ ਗੁਰਬਾਣੀ ਪੜ੍ਹਦੇ ਹਾਂ ਪਰ ਸਮਝ ਨਹੀਂ ਪੈਂਦੀ, ਗੁਰਬਾਣੀ ਸੁਣਦੇ ਹਾਂ ਪਰ ਸਮਝ ਨਹੀਂ ਪੈਂਦੀ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਜਿੱਥੇ ਗੁਰਬਾਣੀ ਦੀ ਸਮਝ ਵਸਣੀ ਹੈ ਨਾ, ਜਿੱਥੇ ਗੁਰਬਾਣੀ ਨੇ ਟਿਕਣਾ, ਉਸ ਭਾਂਡੇ ਵਿੱਚ ਵਸਤੂ ਗਲਤ ਪਈ ਹੈ। ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। ਸਤਿਗੁਰੂ ਜੀ ਕਹਿੰਦੇ ਪਹਿਲਾਂ ਭਾਂਡਾ ਸਵਾਰਨਾ ਪੈਣਾ, ਪਹਿਲਾਂ ਭਾਂਡੇ ਦੇ ਵਿੱਚੋਂ ਪਹਿਲਾਂ ਪਈ ਹੋਈ ਵਸਤ ਕੱਢਣੀ ਪੈਣੀ ਹੈ। ਜੇ ਇੱਕ ਭਾਂਡੇ ਵਿੱਚ ਘਿਓ ਪਾਉਣਾ ਤੇ ਉਸ ਦੇ ਵਿੱਚੋਂ ਪਹਿਲਾਂ ਲੱਸੀ ਨੂੰ ਬਾਹਰ ਕੱਢਣਾ ਪੈਣਾ, ਫਿਰ ਉਹਦੇ ਵਿੱਚ ਘਿਓ ਪਾਇਆ ਜਾ ਸਕਦਾ, ਉਸ ਭਾਂਡੇ ਨੂੰ ਮਾਂਜ ਕੇ ਸਵਾਰ ਕੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਤੇਰਾ ਹਿਰਦਾ ਇੱਕ ਭਾਂਡਾ ਹੈ,
ਜਿੱਥੇ ਅੱਜ ਇਹਦੇ ਵਿੱਚ ਚੁਗਲੀ ਟਿਕੀ ਹੈ, ਨਿੰਦਿਆ ਟਿਕੀ ਹੈ, ਈਰਖਾ ਟਿਕੀ ਹੈ, ਦੂਜੇ ਪ੍ਰਤੀ ਵੈਰ ਨਫ਼ਰਤ ਹੈ, ਜਿੰਨਾ ਸਮਾਂ ਉਹਨੂੰ ਸੇਵਾ ਦੇ ਜ਼ਰੀਏ, ਸੰਗਤ ਦੇ ਜ਼ਰੀਏ ਬਾਹਰ ਨਹੀਂ ਕੱਢਦਾ, ਉਹਨਾਂ ਸਮਾਂ ਗੁਰਬਾਣੀ ਦੀ ਸਮਝ ਆਉਣੀ ਸਤਿਗੁਰੂ ਕਹਿੰਦੇ ਮੁਨਾਸਿਬ ਨਹੀਂ ਹੈ। ਕਿਉਂਕਿ ਭਾਂਡਾ ਖਾਲੀ ਨਹੀਂ ਹੈ, ਭਾਂਡਾ ਭਰਿਆ ਹੈ। ਤੇ ਇਹੀ ਗੱਲ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਹਰ ਸਿਮਰਤ ਸਭ ਮਿਟੈ ਕਲੇਸ਼। ਜਿਹੜੇ ਭਾਂਡੇ ਅੰਦਰ ਕਲੇਸ਼ ਪਏ ਹੋਏ ਆ ਨਾ, ਉਹ ਬਾਣੀ ਜਪ ਜਪ ਕੇ ਬਾਹਰ ਨਿਕਲਣੇ ਆ। ਤੇ ਜਦੋਂ ਉਹ ਬਾਹਰ ਨਿਕਲਣੇ ਆ, ਫਿਰ ਚਰਨ ਕਮਲ ਮਨ ਮੈਂ ਪ੍ਰਵੇਸ਼, ਫਿਰ ਬਾਣੀ ਅੰਦਰ ਜਾਵੇਗੀ। ਅੱਖਾਂ ਦੇ ਜ਼ਰੀਏ ਜਿੱਥੇ ਗਲਤ ਜਾਂਦਾ ਸੀ, ਉੱਥੇ ਬਾਣੀ ਜਾਵੇਗੀ। ਕੰਨਾਂ ਦੇ ਜ਼ਰੀਏ ਜਿੱਥੇ ਉਸਤਤ ਤੇ ਨਿੰਦਿਆ ਵਿੱਚ ਲੱਗਿਆ ਹੋਇਆ ਸੀ, ਉੱਥੇ ਇਹ ਕੰਨ ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ। ਫਿਰ ਪਾਤਸ਼ਾਹ ਕਹਿੰਦੇ ਇਸ ਕੰਨਾਂ ਰਾਹੀਂ ਬਾਣੀ ਜਾਵੇਗੀ ਅੰਦਰ। ਇਸ ਤਰੀਕੇ ਨਾਲ ਸਤਿਗੁਰੂ ਕਹਿੰਦੇ ਇੱਕ ਦਿਨ ਜਾਂ 2 ਦਿਨ ਦੀ ਗੱਲ ਨਹੀਂ, ਇਸ ਚੀਜ਼ ਨੂੰ ਜਪਦਿਆਂ ਜਪਦਿਆਂ ਸਮਾਂ ਲੱਗਣਾ। ਤੇ ਅਗਲੀ ਪੰਕਤੀ ਵਿੱਚ ਪਾਤਸ਼ਾਹ ਕਹਿੰਦੇ ਕਿੱਦਾਂ ਜਪਣਾ ਹੈ। ਉਚਰਹੁ ਰਾਮ ਨਾਮ ਲਖ ਬਾਰੀ। ਸਤਿਗੁਰੂ ਕਹਿੰਦੇ ਇੱਕ ਵਾਰੀ ਨਹੀਂ, 2 ਵਾਰੀ ਨਹੀਂ, 10 15 20 50 100 ਵਾਰੀ ਨਹੀਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਚਰੋ ਰਾਮ ਨਾਮ ਲੱਖ ਵਾਰੀ। ਕਹਿੰਦੇ ਆਪਣੀ ਜੀਭ ਦੇ ਨਾਲ ਇੱਕ ਨਹੀਂ, 2 ਨਹੀਂ, ਲੱਖਾਂ ਵਾਰ ਉਸ ਮਾਲਕ ਪਰਮੇਸ਼ਰ ਦਾ ਨਾਮ ਜਪਣਾ ਕਰ। ਲੱਖ ਵਾਰੀ ਜਪੇਗਾ, ਵਾਰ ਵਾਰ ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਏ। ਬਾਰ ਬਾਰ ਜਪੇਗਾ ਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਸੁਖਮਣੀ ਸਾਹਿਬ ਦਾ ਜਾਪ ਕਰਦੇ ਆ। ਪਾਤਸ਼ਾਹ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਵਿਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ। ਇਹ ਪੂਰੀ ਪੌੜੀ ਕਾਹਦੇ ਵਾਸਤੇ ਹੈ? ਇਹ ਸਿਮਰਨ ਦੀ ਪਰਿਭਾਸ਼ਾ ਨਾ। ਸਤਿਗੁਰੂ ਕਹਿੰਦੇ ਸਿਮਰਨਾ ਕਿੱਦਾਂ ਹੈ? ਕੋਈ 1 ਮਾਲਾ 2 ਮਾਲਾ ਦੀ ਗੱਲ ਨਹੀਂ, ਕੋਈ 1 ਮਿੰਟ 2 ਮਿੰਟ 5 ਮਿੰਟ ਦੀ ਗੱਲ ਨਹੀਂ। ਸਤਿਗੁਰੂ ਤੇ ਕਹਿੰਦੇ ਉਚਰੋ ਰਾਮ ਨਾਮ ਲੱਖ ਵਾਰੀ। ਕਹਿੰਦੇ ਲੱਖਾਂ ਵਾਰ ਇਸ ਜੀਵ ਦੇ ਨਾਲ ਉਸ ਮਾਲਕ ਪਰਮੇਸ਼ਰ ਦਾ ਸ਼ੁਕਰਾਨਾ ਕਰ। ਫਿਰ ਜਾ ਕੇ ਸਤਿਗੁਰੂ ਕਹਿੰਦੇ ਹਿਰਦੇ ਦੇ ਵਿਕਾਰ ਖਤਮ ਹੋਣਗੇ। ਅੰਮ੍ਰਿਤ ਰਸ ਪੀ ਬਹੁ ਪ੍ਰਭ ਪਿਆਰੀ। ਸਤਿਗੁਰੂ ਕਹਿੰਦੇ ਹੈ ਪਿਆਰੀ ਰਸਨਾ। ਹੁਣ ਕਿਤੇ ਤੇ ਇਸ ਰਸਨਾ ਨੂੰ ਪਿਆਰ ਦੇ ਸ਼ਬਦ ਵਰਤੇ ਆ, ਪਰ ਸਤਿਗੁਰੂ ਦੂਜੇ ਪਾਸੇ ਪਾਤਸ਼ਾਹ ਕਹਿੰਦੇ ਜੇ ਇਹ ਰਸਨਾ ਨਾਮ ਜਪਦੀ ਨਹੀਂ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਪਰ ਕਹਿੰਦੇ ਅੱਜ ਤੂੰ ਪਿਆਰੀ ਐ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਹੈ ਪਿਆਰੀ ਰਸਨਾ, ਵਾਰ ਵਾਰ ਉਸ ਮਾਲਕ ਦਾ ਨਾਮ ਜਪ ਕੇ, ਲੱਖਾਂ ਵਾਰ ਉਸ ਨੂੰ ਜਪ 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 ਕੇ ਕਹਿੰਦੇ ਉਸ ਅੰਮ੍ਰਿਤ ਰੂਪੀ ਰਸ ਨੂੰ ਪੀਣਾ ਕਰ। ਕਿਉਂਕਿ ਜੇ ਵਾਰ ਵਾਰ ਜਪੇਗਾ ਫਿਰ ਹੀ ਤੇ ਆਨੰਦ ਬਣਨਾ ਹੈ ਨਾ। ਜਿਹੜੀ ਚੀਜ਼ 1 ਵਾਰ ਨਹੀਂ ਬਣਦੀ, 2 ਵਾਰ ਨਹੀਂ ਬਣਦੀ, ਆਪਾਂ ਨੂੰ ਵਾਰ ਵਾਰ ਕਰਦੇ ਰਹਿੰਦੇ ਆ ਤੇ ਇੱਕ ਸਮਾਂ ਆਉਂਦਾ ਉਸ ਦੇ ਵਿੱਚ ਸਫਲਤਾ ਹਾਸਲ ਹੋ ਜਾਂਦੀ ਹੈ। ਪਰ ਜਿੱਥੇ ਨਾਮ ਦੀ ਗੱਲ ਆਉਂਦੀ ਹੈ ਉੱਥੇ ਬੰਦਾ ਕਹਿੰਦਾ ਕਰਾਮਾਤ ਵਾਪਰ ਜਾਵੇ। ਅੱਜ ਜਪਿਆ ਤੇ ਕੱਲ ਨੂੰ ਉਹਦਾ ਫਲ ਮਿਲ ਜੇ। ਅੱਜ ਬਾਣੀ ਪੜ੍ਹੀ, ਅੱਜ ਸਹਿਜ ਪਾਠ ਕਰਾਇਆ ਤੇ ਕੱਲ ਨੂੰ ਮੇਰਾ ਮੁੰਡਾ ਨੌਕਰੀ ਲੱਗ ਜਾਵੇ। ਕਰਾਮਾਤ ਨਾਂ ਦਾ ਕੋਈ ਪ੍ਰੋਸੈਸ ਨਹੀਂ। ਪਾਤਸ਼ਾਹ ਕਹਿੰਦੇ ਇੱਥੇ ਮਿਹਨਤ ਲੱਗਦੀ ਹੈ, ਇੱਥੇ ਬਖਸ਼ਿਸ਼ ਲੱਗਦੀ ਹੈ, ਇੱਥੇ ਕਿਰਪਾ ਦਾ ਪਾਤਰ ਬਣਨਾ ਪੈਂਦਾ। ਇੱਥੇ ਭਾਂਡਾ ਦੇਖਿਆ ਜਾਂਦਾ ਕਿ ਵਸਤੂ ਪਾਉਣ ਦੇ ਯੋਗ ਹੈ ਕਿ ਨਹੀਂ ਹੈ। ਭਾਂਡਾ ਬਣਾਇਆ ਜਾਂਦਾ ਹੈ। ਸਤਿਗੁਰੂ ਕਹਿੰਦੇ ਜੇ ਆਪਣਾ ਆਪਾ ਛੱਡ ਕੇ ਸੰਗਤ ਵਿੱਚ ਬੈਠਦਾ ਨਾ ਤੇ ਤੇਰੇ ਭਾਂਡੇ ਦੀ ਘਾੜਤ ਘੜੀ ਜਾਂਦੀ ਹੈ। ਜਪਜੀ ਸਾਹਿਬ ਦੀਆਂ ਪੰਕਤੀਆਂ ਰੋਜ਼ ਪੜ੍ਹਦੇ ਆਂ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਕਹਿੰਦੇ ਇੱਥੇ ਘੜੀਐ ਸ਼ਬਦ ਸੱਚੀ ਟਕਸਾਲ। ਕੀ ਘੜਿਆ ਜਾਂਦਾ? ਪਾਤਸ਼ਾਹ ਨੇ ਇਹ ਵੀ ਸਮਝਾਇਆ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਏ। ਇਹ ਪੂਰੀ ਪੌੜੀ ਦੇ ਅਰਥ ਪੜ੍ਹ ਕੇ ਵੇਖਿਓ। ਸਤਿਗੁਰੂ ਪਾਤਸ਼ਾਹ ਇਸੇ ਮਨ ਦੀ ਗੱਲ ਕਰਦੇ ਆ। ਕਹਿੰਦੇ ਗੁਰੂ ਕੀ ਸੰਗਤ ਵਿੱਚੋਂ ਮਨ ਘੜਿਆ ਜਾਂਦਾ, ਮਤ ਘੜੀ ਜਾਂਦੀ ਹੈ,
ਬੁੱਧ ਘੜੀ ਜਾਂਦੀ ਹੈ, ਇੱਥੇ ਵਿਚਾਰਾਂ ਦੀ ਘਾੜਤ ਘੜੀ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਇੱਥੇ ਪਾਟੇ ਹੋਏ ਮਨ ਨੂੰ, ਜਿਵੇਂ ਕੱਪੜਾ ਸਿਉਂਦੇ ਆ ਨਾ ਸੂਈ ਧਾਗੇ ਦੇ ਨਾਲ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਇੱਥੇ ਗੁਰੂ ਕੀ ਸਿਫਤ ਦੇ ਨਾਲ ਪਾਟਿਆ ਹੋਇਆ ਮਨ ਸਤਿਗੁਰੂ ਪਾਤਸ਼ਾਹ ਕਹਿੰਦੇ ਸਿਉਇਆ ਜਾਂਦਾ ਹੈ ਗੁਰਬਾਣੀ ਦੇ ਸ਼ਬਦਾਂ ਦੇ ਜ਼ਰੀਏ। ਇਸੇ ਕਰਕੇ ਪਾਤਸ਼ਾਹ ਨੇ ਕਿਹਾ, ਕਹਿੰਦੇ ਜੇ ਭਾਂਡਾ ਬਣਾਉਣਾ, ਜੇ ਅੰਦਰ ਗੁਰਬਾਣੀ ਦੇ ਸ਼ਬਦ ਨੂੰ ਟਿਕਾਉਣਾ, ਤੇ ਇਤਿਹਾਸ ਵੱਲ ਨਿਗਾਹ ਮਾਰੀਏ। ਜੇ ਬਾਬੇ ਲਹਿਣੇ ਦੇ ਅੰਦਰ ਸ਼ਬਦ ਟਿਕਿਆ ਤੇ 7 ਸਾਲ ਲੱਗ ਗਏ, 7.5 ਸਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਸੇਵਾ ਕੀਤੀ ਬਾਬਾ ਲਹਿਣਾ ਜੀ ਨੇ। ਜੇ ਚਾਹੁੰਦੇ ਤੇ ਗੁਰੂ ਨਾਨਕ ਸਾਹਿਬ ਇੱਕ ਦਿਨ ਦੇ ਵਿੱਚ ਹੀ ਗੁਰਤਾ ਗੱਦੀ ਬਖਸ਼ ਦਿੰਦੇ, ਕਿਉਂ 7.5 ਸਾਲ ਲਾਏ? ਜਿਹੜੀ ਕਰਾਮਾਤ ਦੀ ਉਡੀਕ ਅਸੀਂ ਅੱਜ ਕਰਦੇ ਹਾਂ ਕਿ ਅੱਜ ਸਹਿਜ ਪਾਠ ਕਰਾਇਆ, ਅੱਜ ਅਖੰਡ ਪਾਠ ਕਰਾਇਆ ਤੇ ਕੱਲ ਨੂੰ ਮੇਰਾ ਕਾਰਜ ਸਫਲਾ ਹੋ ਜਾਏ। ਕਿ ਬਾਬਾ ਲਹਿਣਾ ਜੀ ਨੂੰ 7.5 ਸਾਲ ਸੇਵਾ ਕਰਨ ਦੀ ਜ਼ਰੂਰਤ ਸੀ? ਪਰ ਨਹੀਂ, ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਭਾਂਡੇ ਨੂੰ ਬਣਾਉਣ ਵਾਸਤੇ ਉਹ ਸਮਾਂ ਜ਼ਰੂਰੀ ਸੀ। ਉਸ ਸੇਵਾ ਦੇ ਵਿੱਚੋਂ, ਉਹ ਜਪ ਤਪ ਦੇ ਵਿੱਚੋਂ, ਉਹ ਬੰਦਗੀ ਦੇ ਵਿੱਚੋਂ ਜਿਹੜਾ ਹਿਰਦੇ ਰੂਪੀ ਭਾਂਡਾ ਤਿਆਰ ਹੋਇਆ ਨਾ, ਫਿਰ ਪਾਤਸ਼ਾਹ ਕਹਿੰਦੇ ਉਹ ਗੁਰਤਾ ਗੱਦੀ ਟਿਕਾਉਣ ਦੇ, ਉਹ ਗੁਰੂ ਨਾਨਕ ਦੀ ਜੋਤ ਟਿਕਾਉਣ ਦੇ ਯੋਗ ਬਣਿਆ। ਇਸੇ ਕਰਕੇ ਪਾਤਸ਼ਾਹ ਕਹਿੰਦੇ ਉਚਰੋ ਰਾਮ ਨਾਮ ਲਖ ਵਾਰੀ, ਅੰਮ੍ਰਿਤ ਰਸ ਪੀਵਹੁ ਪ੍ਰਭ ਪਿਆਰੀ। ਹੈ ਮੇਰੀ ਪਿਆਰੀ ਰਸਨਾ, ਇੱਕ ਵਾਰ ਨਹੀਂ, 2 ਵਾਰ ਨਹੀਂ, ਇੱਕ ਦਿਨ ਨਹੀਂ, 2 ਦਿਨ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਸਾਸ ਸਾਸ ਸਿਮਰੋ ਪ੍ਰਭ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇੱਕ ਇੱਕ ਸਵਾਸ ਦੇ ਨਾਲ ਉਸ ਮਾਲਕ ਦੇ ਨਾਮ ਨੂੰ ਸੰਭਾਲਣਾ ਕਰ, ਜਪਣਾ ਕਰ, ਲੱਖਾਂ ਵਾਰ ਉਸ ਮਾਲਕ ਦਾ ਸ਼ੁਕਰਾਨਾ ਕਰ, ਤੇ ਲੱਖਾਂ ਵਾਰ ਉਸ ਮਾਲਕ ਦਾ ਨਾਮ ਜਪ ਕੇ ਹੈ ਮੇਰੀ ਰਸਨਾ ਉਸ ਅੰਮ੍ਰਿਤ ਰੂਪੀ ਨਾਮ ਨੂੰ ਚਖਣਾ ਕਰ। ਰਹਾਓ ਸੁਖ ਸਹਿਜ ਰਸ ਮਹਾ ਆਨੰਦਾ। ਤੇ ਸਤਿਗੁਰੂ ਕਹਿੰਦੇ ਹੁਣ ਜਿਹੜੇ ਕਲੇਸ਼ਾਂ ਦੀ ਗੱਲ ਕੀਤੀ ਸੀ ਨਾ ਆਰੰਭਤਾ ਦੇ ਵਿੱਚ, ਧਿਆਨ ਦੇਣਾ ਕਿ ਜਿਹੜੇ ਕਾਮ ਦੀ, ਜਿਹੜੇ ਕ੍ਰੋਧ ਦੀ, ਜਿਹੜੇ ਅੱਖਾਂ ਦੇ, ਕੰਨਾਂ ਦੇ, ਨੱਕ ਦੇ ਰੋਗ ਦੀ ਗੱਲ ਕੀਤੀ ਸੀ ਨਾ, ਫਿਰ ਪਾਤਸ਼ਾਹ ਕਹਿੰਦੇ ਹੁਣ ਉਹਨਾਂ ਤੋਂ ਛੁਟਕਾਰਾ ਹੋ ਜਾਣਾ। ਫਿਰ ਸਤਿਗੁਰੂ ਕਹਿੰਦੇ ਸੂਖ ਸਹਿਜ ਰਸ ਮਹਾ ਆਨੰਦਾ। ਮਹਾ ਆਨੰਦ ਕੀ ਹੈ? ਆਤਮਾ ਦਾ ਸੁਖ, ਜਿੱਥੇ ਫੁਰਨੇ ਖਤਮ ਹੋ ਜਾਂਦੇ ਆ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਯਾਦ ਰੱਖਣਾ, ਜਿੰਨੀ ਨਿੰਦਿਆ ਮਾੜੀ ਹੈ ਓਨੀ ਬੰਦੇ ਦੇ ਵਾਸਤੇ ਉਸਤਤ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ। ਜਿੰਨੀ ਨਿੰਦਿਆ ਸੁਣਨ ਤੇ ਬੰਦਾ ਕ੍ਰੋਧਿਤ ਹੁੰਦਾ ਹੈ, ਓਨੀ ਉਸਤਤ ਹੀ ਬਕਾਰੀ ਹੈ। ਉਸਤਤ ਬੰਦੇ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਹਉਮੈ ਵੱਲ ਲੈ ਕੇ ਜਾਂਦੀ ਹੈ, ਅਹੰਕਾਰ ਵੱਲ ਲੈ ਕੇ ਜਾਂਦੀ ਹੈ। ਪਰ ਜਦੋਂ ਇਹ ਬਖਸ਼ਿਸ਼ ਹੋ ਗਈ, ਇਹ ਰੋਗ ਖਤਮ ਹੋ ਗਏ, ਫਿਰ ਸੁਖ ਵੀ ਆ ਗਿਆ, ਸਹਿਜ ਵੀ ਆ ਗਿਆ, ਰਸ ਵੀ ਬਾਣੀ ਦੇ ਵਿੱਚੋਂ ਆਉਣਾ ਸ਼ੁਰੂ ਹੋ ਗਿਆ। ਜਿਹੜਾ ਸਵਾਲ ਸਾਡਾ ਨਿਤ ਦਾ ਬਾਣੀ ਪੜ੍ਹਦੇ ਆ ਪਰ ਆਨੰਦ ਨਹੀਂ, ਫਿਰ ਪਾਤਸ਼ਾਹ ਕਹਿੰਦੇ ਜਦੋਂ ਇਹ ਵਿਕਾਰ ਖਤਮ ਹੋ ਗਏ, ਫਿਰ ਇਸ ਬਾਣੀ ਦੇ ਵਿੱਚੋਂ ਉਹ ਅੰਮ੍ਰਿਤ ਰਸ ਦੀ ਬਖਸ਼ਿਸ਼ ਹੁੰਦੀ ਹੈ, ਉਹ ਮਹਾ ਆਨੰਦ ਦੀ ਬਖਸ਼ਿਸ਼ ਹੁੰਦੀ ਹੈ। ਜਪ ਜਪ ਜੀਵੇ ਪਰਮਾਨੰਦਾ। ਤੇ ਫਿਰ ਇਹ ਮਨੁੱਖ ਉਸ ਪਰਮ ਆਨੰਦ ਨੂੰ ਜਪ ਜਪ ਕੇ ਆਪਣਾ ਜੀਵਨ ਜਿਉਂਦਾ ਹੈ। ਕਾਮ ਕ੍ਰੋਧ ਲੋਭ ਮਦ ਖੋਏ। ਸਤਿਗੁਰੂ ਕਹਿੰਦੇ ਜਿਹੜੇ ਰੋਗਾਂ ਦੀ ਦਵਾਈ ਦੁਨੀਆ ਦੇ ਵਿੱਚ ਕਿਸੇ ਵੈਦ, ਕਿਸੇ ਡਾਕਟਰ ਕੋਲ ਨਹੀਂ ਸੀ, ਕਿਸੇ ਵੱਡੇ ਤੋਂ ਵੱਡੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੈਦ ਕੋਲ ਇਹ ਦਵਾਈ ਨਹੀਂ ਸੀ ਮਿਲਦੀ, ਉਹ ਸਤਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ। ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਲੋਭ ਮਦ ਖੋਏ। ਜਿਹੜੀਆਂ ਚੀਜ਼ਾਂ ਦੇ ਵਿੱਚ ਮਸਤ ਹੋਇਆ ਪਿਆ ਸੀ, ਕਾਮ ਅੱਖਾਂ ਪਰਾਇਆ ਵੇਖਦੀਆਂ ਸਨ, ਸਤਿਗੁਰੂ ਕਹਿੰਦੇ ਮਨ ਦੂਜੇ ਤੇ ਕ੍ਰੋਧਿਤ ਹੁੰਦਾ ਸੀ, ਕੰਨ ਦੂਜੇ ਦੀ ਨਿੰਦਿਆ ਸੁਣ ਕੇ ਰਾਜੀ ਹੁੰਦੇ ਸਨ ਤੇ ਆਪਣੀ ਉਸਤਤ ਸੁਣ ਕੇ ਖੁਸ਼ ਹੁੰਦੇ ਸਨ। ਇਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਸਾਰਾ ਕੁਝ ਖੋਇਆ ਗਿਆ, ਕਾਮ ਕ੍ਰੋਧ ਲੋਭ ਮਦ ਖੋਏ। ਇਹ ਸਾਰਾ ਕੁਝ ਸਰੀਰ ਦੇ ਵਿੱਚੋਂ ਚਲਿਆ ਗਿਆ, ਖਤਮ ਹੋ ਗਿਆ। ਸਾਧ ਕੈ ਸੰਗ ਕਲ ਵਿਖ ਸਭ ਧੋਏ। ਹੁਣ ਸਤਿਗੁਰੂ ਕਹਿੰਦੇ ਜਿਹੜੀ ਮਤ ਪਾਪਾਂ ਨਾਲ ਭਰੀ ਸੀ, ਵਿਕਾਰਾਂ ਦੇ ਨਾਲ ਭਰੀ ਹੋਈ ਸੀ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾਵੇ ਕੈ ਰੰਗ। ਜਿਵੇਂ ਕੱਪੜਾ ਸਾਬਣ ਦੇ ਨਾਲ ਧੋਇਆ ਜਾਂਦਾ, ਪਾਣੀ ਦੇ ਨਾਲ ਧੋਇਆ ਜਾਂਦਾ, ਇਸ ਤਰੀਕੇ ਦੇ ਨਾਲ ਪਾਤਸ਼ਾਹ ਕਹਿੰਦੇ ਸਾਧ ਸੰਗ ਕਿਲ ਵਿਖ ਸਭ ਧੋਏ।
ਕਹਿੰਦੇ ਗੁਰੂ ਕੀ ਸੰਗਤ ਵਿੱਚ ਆ ਕੇ ਆਪਣਾ ਮਨ ਧੋ ਲਿਆ। ਜਿਹੜੇ ਮਨ ਨੂੰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਾਹੋ, ਜਿਹੜਾ ਚੁਗਲੀ ਨਿੰਦਿਆ ਈਰਖਾ ਦਵੈਸ਼ ਨਫ਼ਰਤ ਅਹੰਕਾਰ ਕ੍ਰੋਧ ਦੇ ਨਾਲ ਕਾਲਾ ਹੋਇਆ ਪਿਆ ਸੀ, ਉਹ ਗੁਰੂ ਕੀ ਸੰਗਤ ਵਿੱਚ ਆ ਕੇ ਧੋਤਾ ਗਿਆ, ਨਿਰਮਲ ਹੋ ਗਿਆ। ਸਤਿਗੁਰੂ ਜੀ ਕਹਿੰਦੇ ਪਤਿਤ ਪੁਨੀਤ ਭਾਵ ਵਿਕਾਰਾਂ ਤੋਂ ਨਿਰਮਲ ਕਰ ਦਿੱਤਾ, ਉਜਲਾ ਕਰ ਦਿੱਤਾ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਕਿਉਂਕਿ ਇਹ ਬਾਣੀ ਵਿੱਚ ਇਹ ਸੰਗਤ ਵਿੱਚ ਤਾਕਤ ਹੈ। ਪਾਤਸ਼ਾਹ ਕਹਿੰਦੇ ਹੁਣ ਵਿਕਾਰੀ ਮਨ ਜਿਹੜਾ ਨਿਰਮਲ ਹੋ ਗਿਆ, ਗੁਰੂ ਦੇ ਸ਼ਬਦ ਦੇ ਨਾਲ ਗੁਰੂ ਕੀ ਸੰਗਤ ਵਿੱਚ ਆ ਕੇ ਧੋਤਾ ਗਿਆ। ਕਰ ਕਿਰਪਾ ਪ੍ਰਭ ਦੀਨ ਦਇਆਲਾ। ਹੁਣ ਅੱਗੇ ਸਤਿਗੁਰੂ ਪਾਤਸ਼ਾਹ ਬੇਨਤੀ ਰੂਪ ਸ਼ਬਦ ਉਚਾਰਨ ਕਰਦੇ ਆ, ਹੇ ਪ੍ਰਮਾਤਮਾ, ਹੇ ਵਾਹਿਗੁਰੂ, ਹੇ ਪਿਆਰੇ ਪਰਮੇਸ਼ਰ, ਕਰ ਕਿਰਪਾ ਪ੍ਰਭ ਦੀਨ ਦਇਆਲਾ। ਇੱਕ ਕਿਰਪਾ ਹੁੰਦੀ ਹੈ, ਇੱਕ ਕਰਮ ਹੁੰਦਾ ਹੈ। ਦੋ ਵਿਚਾਰ ਨੇ, ਇੱਕ ਕਰਮ ਹੈ, ਕਰਮ ਜਿਹੜਾ ਪੂਰਬਲਾ ਵੀ ਹੈ ਤੇ ਹੁਣ ਵਾਲਾ ਵੀ ਹੈ। ਇੱਕ ਕਿਰਪਾ ਹੈ, ਜਿੱਥੇ ਤੇ ਕਰਮ ਹੈ ਉੱਥੇ ਤੇ ਹਿਸਾਬ ਕਿਤਾਬ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮਾਂ ਤੇ ਵਿਚਾਰ ਕੀਤੀ ਜਾਂਦੀ ਹੈ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਸਤਿਗੁਰੂ ਕਹਿੰਦੇ ਕਰਮ ਤੇ ਵਿਚਾਰ ਹੁੰਦੀ ਹੈ, ਪਰ ਜਿੱਥੇ ਕਿਰਪਾ ਦੀ ਗੱਲ ਕੀਤੀ ਹੈ ਉੱਥੇ ਭਗਤ ਜੀ ਨੇ ਬਚਨ ਕੀਤੇ ਨੇ ਬਾਣੀ ਵਿੱਚ, ਲੇਖੈ ਕਤਹਿ ਨ ਛੂਟੀ ਹੈ, ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਕੇ। ਜੇ ਤੂੰ ਮੇਰੇ ਲੇਖੇ ਗਿਣਨੇ ਸ਼ੁਰੂ ਕਰ ਦਿੱਤੇ ਨਾ ਤੇ ਮੇਰੇ ਹਿਸਾਬ ਕਿਤਾਬ ਤੇ ਬੜੇ ਲੰਬੇ ਆ, ਇਹਨਾਂ ਦੇ ਉੱਪਰ ਤੇ ਵਿਚਾਰ ਹੋ ਹੀ ਨਹੀਂ ਸਕਦੀ, ਕਿਉਂਕਿ ਲੇਖੇ ਗਿਣਨ ਤੋਂ ਤੇ ਮੈਂ ਛੁੱਟ ਹੀ ਨਹੀਂ ਸਕਦਾ, ਮੇਰਾ ਹਿਸਾਬ ਕਿਤਾਬ ਇੰਨਾ ਲੰਬਾ ਹੈ। ਪਰ ਸਤਿਗੁਰੂ ਕਹਿੰਦੇ ਤੂੰ ਬੇਨਤੀ ਕਰ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਬਸ ਮੇਰੇ ਤੇ ਕਿਰਪਾ ਕਰਕੇ ਮੇਰੇ ਲੇਖੇ ਪਾੜ ਦੇ। ਨਾਨਕ ਦੀਜੈ ਸਾਧ ਰਵਾਲਾ। ਅੱਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੇ ਦੀਨ ਦਇਆਲ ਪ੍ਰਮਾਤਮਾ ਪਰਮੇਸ਼ਰ, ਮੇਰੇ ਤੇ ਇਹ ਕਿਰਪਾ ਕਰਨੀ ਕਰ, ਮੇਰੀ ਇਹ ਮੰਗ ਹੈ, ਮੇਰੀ ਇਹ ਬੇਨਤੀ ਹੈ। ਨਾਨਕ ਦੀਜੈ ਸਾਧ ਰਵਾਲਾ। ਸਾਧ ਰਵਾਲਾ, ਮੈਨੂੰ ਉਹਨਾਂ ਗੁਰਸਿੱਖਾਂ ਦੀ ਸੰਗਤ ਬਖਸ਼ਣੀ ਕਰ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਜਿਨ੍ਹਾਂ ਨੇ ਤੇਰੀ ਬੰਦਗੀ ਕੀਤੀ, ਜਿਨ੍ਹਾਂ ਨੇ ਤੇਰੇ ਨਾਮ ਨੂੰ ਸਮਝ ਕੇ ਤੇਰੀ ਸੇਵਾ ਦੇ ਵਿੱਚ ਆਪਣੇ ਸਰੀਰ ਨੂੰ ਲੇਖੇ ਲਾਉਣਾ ਕੀਤਾ। ਹੁਣ ਐਸੇ ਗੁਰਸਿੱਖਾਂ ਦਾ ਇਤਿਹਾਸ ਦੇ ਵਿੱਚ ਕੀ ਰੁਤਬਾ ਹੈ। ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ 100 ਸਾਲ ਤੋਂ ਵੱਧ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਚੱਲਦੇ ਆ। ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਭਾਈ ਮਨਸੁਖ, ਜਿਨ੍ਹਾਂ ਨੇ ਗੁਰੂ ਨਾਨਕ ਦੀ ਸੰਗਤ ਬਾਣੀ, ਭਾਈ ਭਗੀਰਥਾ ਤੇ ਭਾਈ ਮਨਸੁਖ ਦਾ ਜੀਵਨ, ਇਹੋ ਜਿਹੇ ਗੁਰਸਿੱਖਾਂ ਦੇ ਜੀਵਨ ਦੀ ਲੋਚਨਾ ਪਾਤਸ਼ਾਹ ਨੇ ਕੀਤੀ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦਾ ਇੱਕ ਸਿੱਖ ਹੋਇਆ ਭਾਈ ਲੱਦਾ ਪਰ ਉਪਕਾਰੀ। ਜਦੋਂ ਭਾਈ ਬੁੱਧੂ ਦੇ ਆਵੇ ਵਾਸਤੇ ਭਾਈ ਲੱਖੂ ਨੇ ਬਚਨ ਕੀਤੇ ਸਨ, ਇਤਿਹਾਸ ਆਪਾਂ ਸੁਣਿਆ ਕਿ ਭਾਈ ਬੁੱਧੂ ਨੇ ਆਵੇ ਪਾਏ ਸਨ, ਆਵੇ ਪੱਕੇ ਨਿਕਲਣ, ਇਹਦੇ ਵਾਸਤੇ ਅਰਦਾਸ ਬੇਨਤੀ ਪਾਤਸ਼ਾਹ ਅੱਗੇ ਕਰਵਾਈ ਸੀ ਕਿ ਸੱਚੇ ਪਾਤਸ਼ਾਹ ਸੰਗਤ ਦੀ ਸੇਵਾ ਕਰਾਂ, ਪ੍ਰਸ਼ਾਦੇ ਛਕਾ ਕੇ ਤੁਸੀਂ ਕਿਰਪਾ ਕਰਿਓ ਮੇਰੇ ਆਵੇ ਪੱਕੇ ਨਿਕਲਣ। ਉਸ ਵੇਲੇ ਜਦੋਂ ਭਾਈ ਲੱਖੂ ਨੂੰ ਪ੍ਰਸ਼ਾਦਾ ਨਹੀਂ ਸੀ ਮਿਲਿਆ, ਵਾਪਸ ਮੋੜਤਾ ਸੀ ਘਰ ਤੋਂ, ਤੇ ਭਾਈ ਲੱਖੂ ਨੇ ਬਚਨ ਕੀਤੇ ਸਨ ਕਿ ਬੁੱਧੂ ਦਾ ਆਵਾ ਕੱਚਾ ਨਿਕਲੇ, ਤੇ ਕੱਚਾ ਨਿਕਲਿਆ, ਕਿਉਂਕਿ ਗੁਰਸਿੱਖ ਦੀ ਅਰਦਾਸ ਤੇ ਗੁਰਸਿੱਖ ਦੇ ਬਚਨ ਟਲਦੇ ਨਹੀਂ। ਆਵਾ ਕੱਚਾ ਨਿਕਲਿਆ, ਭਾਈ ਬੁੱਧੂ ਰੋਂਦਾ ਕਰਜ਼ਈ ਹੋ ਗਿਆ, ਕਰਜ਼ਾ ਲੈ ਕੇ ਸਾਰਾ ਕੰਮ ਸ਼ੁਰੂ ਕੀਤਾ ਸੀ। ਪਾਤਸ਼ਾਹ ਅੱਗੇ ਜਾ ਕੇ ਬੇਨਤੀ ਵੀ ਕੀਤੀ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਗੁਰਸਿੱਖ ਦਾ ਮਾਰਿਆ ਹੈ ਗੁਰਸਿੱਖ ਹੀ ਬਖਸ਼ੇਗਾ। ਤੇ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਲਾਹੌਰ ਦੇ ਰਹਿਣ ਵਾਲਾ ਭਾਈ ਲੱਦਾ ਪਰ ਉਪਕਾਰੀ, ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਿਆ ਨਾ ਕਿ ਭਾਈ ਬੁੱਧੂ ਦਾ ਨੁਕਸਾਨ ਹੋਇਆ, ਕਰਜ਼ਈ ਹੋ ਗਿਆ, ਉਹਨੇ ਭਾਈ ਬੁੱਧੂ ਦੇ ਇਸ ਨੁਕਸਾਨ ਨੂੰ ਵੇਖਦਿਆਂ ਹੋਇਆਂ ਭਾਈ ਲੱਖੂ ਦੇ ਕੋਲ ਜਾ ਕੇ ਬੇਨਤੀ ਕੀਤੀ। ਕਹਿਣ ਲੱਗੇ ਭਾਈ ਲੱਖੂ ਨੂੰ, ਭਾਈ ਸਾਹਿਬ ਤੁਸੀਂ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਿੱਖ ਹੋ, ਤੇ ਜਿਸ ਸਿੱਖ ਨੇ ਸੰਗਤ ਦੀ ਸੇਵਾ ਕੀਤੀ ਸੀ, ਅਰਦਾਸ ਬੇਨਤੀ ਕਰਵਾਈ ਸੀ, ਉਹ ਵੀ ਗੁਰੂ ਅਰਜਨ ਦੇਵ ਸਾਹਿਬ ਦਾ ਸਿੱਖ ਹੈ, ਜਿਹਦੀ ਬਾਬਤ ਤੁਸੀਂ ਬਚਨ ਕੀਤੇ ਕਿ ਆਵਾ ਕੱਚਾ ਨਿਕਲੇ।
ਕਹਿੰਦੇ ਕੀ ਤੁਹਾਨੂੰ ਇਹ ਪਤਾ ਹੈ? ਕਿਉਂਕਿ ਪਰ ਉਪਕਾਰ, ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਗੁਰਸਿੱਖ ਦੇ ਹਿਰਦੇ ਵਿੱਚ, ਬ੍ਰਹਮ ਗਿਆਨੀ ਦੇ ਸੰਤ ਦੇ ਹਿਰਦੇ ਵਿੱਚ, ਉਸ ਮਾਲਕ ਦੇ ਨਾਲ ਜੁੜੇ ਹੋਏ ਦੇ ਹਿਰਦੇ ਵਿੱਚ ਹਮੇਸ਼ਾ ਪਰ ਉਪਕਾਰ ਚੱਲਦਾ ਹੈ। ਦੂਜੇ ਦੇ ਭਲੇ ਵਾਸਤੇ ਉਹਦੇ ਅੰਦਰ ਵਿਚਾਰ ਚੱਲਦੇ ਆ, ਨੁਕਸਾਨ ਵਾਸਤੇ ਨਹੀਂ। ਤੇ ਭਾਈ ਲੱਦੇ ਨੇ ਬੇਨਤੀ ਕੀਤੀ ਭਾਈ ਲੱਖੂ ਨੂੰ, ਕਹਿੰਦੇ ਮਹਾਂਪੁਰਖੋ ਉਹਦਾ ਨੁਕਸਾਨ ਹੋ ਗਿਆ, ਭਾਈ ਬੁੱਧੂ ਕਰਜ਼ਈ ਹੋ ਗਿਆ। ਲੋਕਾਂ ਨੇ ਤਾਨੇ ਮਾਰਨਿਆ ਕਿ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਅੱਗੇ ਅਰਦਾਸ ਵੀ ਕੀਤੀ ਸੀ ਤੇ ਉਹਦਾ ਕਾਰਜ ਵੀ ਸਫਲਾ ਨਹੀਂ ਹੋਇਆ। ਬਦਨਾਮੀ ਤੇ ਗੁਰੂ ਦੀ ਹੋਣੀ ਹੈ ਨਾ, ਕਿਉਂਕਿ ਜਿਹੜਾ ਸਰੀਰ ਦੇ ਉੱਪਰ ਬਾਣਾ ਇਹ ਗੁਰੂ ਦਾ ਹੈ, ਇਹ ਸਾਡੀ ਨਿੱਜੀ ਜਾਇਦਾਦ ਥੋੜੀ ਹੈ। ਇਸ ਬਾਣੇ ਦੇ ਪਿੱਛੇ ਨਫਾ ਨੁਕਸਾਨ ਗੁਰੂ ਨਾਲ ਜੁੜਦਾ ਹੈ। ਤੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੇਨਤੀ ਕੀਤੀ, ਕਹਿੰਦੇ ਮਹਾਂਪੁਰਖੋ ਤੁਸੀਂ ਕਿਰਪਾ ਕਰੋ, ਉਹਦੇ ਬਚਨ ਬਖਸ਼ੋ, ਉਹਦਾ ਨੁਕਸਾਨ ਪੂਰਾ ਹੋ ਜਾਵੇ। ਭਾਈ ਲੱਖੂ ਦੇ ਗੱਲ ਸਮਝ ਪੈ ਗਈ, ਉਹਨਾਂ ਦੇ ਹਿਰਦੇ ਵਿੱਚ ਦਇਆ ਆਈ। ਕਹਿੰਦੇ ਭਾਈ ਸਾਹਿਬ ਬਚਨ ਤੇ ਵਾਪਸ ਨਹੀਂ ਮੁੜ ਸਕਦਾ, ਪਰ ਮੈਂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ, ਸਤਿਗੁਰੂ ਉੱਤੇ ਭਰੋਸਾ ਹੈ, ਸਤਿਗੁਰੂ ਉੱਤੇ ਸ਼ਰਧਾ ਹੈ। ਕਹਿੰਦੇ ਸਮਾਂ ਆਵੇਗਾ, ਉਹਨੇ ਸੰਗਤ ਦੀ ਸੇਵਾ ਕੀਤੀ ਹੈ, ਉਸ ਸੰਗਤ ਦਾ ਫਲ ਉਹਨੂੰ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਨਗੇ। ਉਹਦੀਆਂ ਕੱਚੀਆਂ ਇੱਟਾਂ ਵੀ ਪੱਕਿਆਂ ਦੇ ਭਾਅ ਵਿਕਣਗੀਆਂ। ਤੇ ਸਮਾਂ ਆਇਆ, ਇਹ ਦਇਆ ਕੀਤੀ, ਇਹ ਪਰ ਉਪਕਾਰ ਕੀਤਾ ਤੇ ਭਾਈ ਬੁੱਧੂ ਦੀਆਂ ਇੱਟਾਂ ਜਿਹੜੀਆਂ ਪੱਕਿਆਂ ਦੇ ਭਾਅ ਵਿਕੀਆਂ। ਜਦੋਂ ਇਸ ਗੱਲ ਦਾ, ਇਸ ਵਿਚਾਰ ਦਾ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਪਤਾ ਲੱਗਾ ਨਾ ਕਿ ਭਾਈ ਬੁੱਧੂ ਦਾ ਨੁਕਸਾਨ ਪੂਰਾ ਹੋ ਗਿਆ, ਉਹਦੀਆਂ ਇੱਟਾਂ ਪੱਕਿਆਂ ਦੇ ਭਾਅ ਲੱਗੀਆਂ, ਤੇ ਸੰਗਤ ਦੇ ਵਿੱਚ ਇੱਕ ਬਚਨ ਪਾਤਸ਼ਾਹ ਨੇ ਕੀਤਾ। ਕਹਿੰਦੇ ਭਾਈ ਇਹ ਕਾਰਜ ਕਿਸ ਨੇ ਕੀਤਾ? ਸੰਗਤ ਨੇ ਦੱਸਿਆ, ਕਹਿੰਦੇ ਜੀ ਲਾਹੌਰ ਦੇ ਰਹਿਣ ਵਾਲਾ ਭਾਈ ਲੱਦਾ ਹੈ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਦੀਜੈ ਸਾਧਰ ਵਾਲਾ। ਐਸੇ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ, ਜਿਨ੍ਹਾਂ ਦਾ ਸਾਰਾ ਜੀਵਨ ਦੂਜਿਆਂ ਦੇ ਭਲੇ ਵਾਸਤੇ ਬਤੀਤ ਹੁੰਦਾ ਹੈ, ਦੂਜਿਆਂ ਤੇ ਉਪਕਾਰ ਕਰਨ ਤੇ ਬਤੀਤ ਹੁੰਦਾ ਹੈ। ਉਸ ਵੇਲੇ ਸੰਗਤ ਨੇ ਬਚਨ ਕੀਤੇ, ਕਹਿੰਦੇ ਪਾਤਸ਼ਾਹ ਤੁਹਾਡਾ ਸਿੱਖ ਭਾਈ ਲੱਦਾ ਹੈ, ਜਿਨੇ ਇਹ ਉਪਕਾਰ ਕੀਤਾ। ਭਾਈ ਲੱਖੂ ਨੂੰ ਬੇਨਤੀ ਕਰਕੇ ਭਾਈ ਬੁੱਧੂ ਨੂੰ ਬਖਸ਼ਾਉਣਾ ਕੀਤਾ, ਉਹਦੇ ਬਚਨਾਂ ਨੂੰ ਬਖਸ਼ਾਉਣਾ ਕੀਤਾ। ਉਹਨਾਂ ਦੇ ਬਚਨਾਂ ਸਦਕਾ ਇਹ ਸਾਰਾ ਕਾਰਜ ਨੇਪਰੇ ਚੜਿਆ। ਫਿਰ ਇੱਕ ਬਚਨ ਪਾਤਸ਼ਾਹ ਨੇ ਕੀਤਾ, ਕਹਿੰਦੇ ਇਹ ਉਹੀ ਭਾਈ ਲੱਦਾ ਹੈ ਜਿਨੇ ਕਦੇ ਸੱਤੇ ਤੇ ਬਲਵੰਡ ਨੂੰ ਬਖਸ਼ਾਉਣਾ ਕੀਤਾ। ਆਪਣਾ ਮੂੰਹ ਕਾਲਾ ਕਰਵਾ ਕੇ ਗਧੇ ਦੇ ਉੱਪਰ ਚੜ ਕੇ ਸਾਰੇ ਸ਼ਹਿਰ ਦੇ ਵਿੱਚ ਆਪਣਾ ਢੰਡੋਰਾ ਪਿੱਟਿਆ ਤੇ ਉਹਨਾਂ ਦੋਨਾਂ ਨੂੰ ਬਖਸ਼ਾ ਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਚਰਨਾਂ ਨਾਲ ਜੋੜਨਾ ਕੀਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਐਸੇ ਗੁਰਸਿੱਖਾਂ ਦੀ ਧੂੜ, ਪਾਤਸ਼ਾਹ ਕਹਿੰਦੇ ਮੈਂ ਵੀ ਲੋਚਦਾ ਹਾਂ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾਵੈ। ਪਾਤਸ਼ਾਹ ਨੇ ਬੜੀਆਂ ਖੁਸ਼ੀਆਂ ਭਾਈ ਲੱਦੇ ਨੂੰ ਬਖਸ਼ਿਸ਼ ਕੀਤੀਆਂ, ਕਿਉਂਕਿ ਪਾਤਸ਼ਾਹ ਦੇ ਬਚਨ ਨੇ ਨਾ ਮਾਗ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ। ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ, ਸਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ। ਜਹਾਨ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਸਤਿਗੁਰੂ ਕਹਿੰਦੇ 68 ਤੀਰਥਾਂ ਦਾ ਦੇਸ਼ ਮੰਨਿਆ ਜਾਂਦਾ ਹੈ, ਪਰ ਕਿਸੇ ਉੱਤੇ ਦਇਆ ਕਰਨੀ, ਕਿਸੇ ਉੱਤੇ ਉਪਕਾਰ ਕਰਨਾ, ਕਿਸੇ ਦੇ ਭਲੇ ਬਾਰੇ ਸੋਚਣਾ, ਸਤਿਗੁਰੂ ਕਹਿੰਦੇ 68 ਤੀਰਥਾਂ ਦੇ ਇਸ਼ਨਾਨ ਤੋਂ ਕਿਤੇ ਵੱਡਾ ਪੁੰਨ ਹੈ। ਤੇ ਇਸੇ ਦੀ ਉਸਤਤ ਪੂਰੇ ਸੰਸਾਰ ਵਿੱਚ, ਪੂਰੇ ਜਹਾਨ ਵਿੱਚ, ਇਸ ਲੋਕ ਤੇ ਪਰਲੋਕ ਵਿੱਚ ਪਾਤਸ਼ਾਹ ਕਹਿੰਦੇ ਹੁੰਦੀ ਹੈ। ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਜਿਵੇਂ ਭਾਈ ਲੱਦੇ ਪਰ ਉਪਕਾਰੀ ਦੀ ਸੋਭਾ ਹੋਈ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜੇ ਇਹਨਾਂ ਵਿਕਾਰਾਂ ਨੂੰ ਧੋਣਾ, ਪਹਿਲਾਂ ਕਬੂਲ ਕਰਕੇ ਤੂੰ ਰੋਗੀ ਹੈ। ਜਿੰਨਾ ਸਮਾਂ ਕਬੂਲ ਦਾ ਨਹੀਂ, ਉਹਨਾਂ ਸਮਾਂ ਰੋਗ ਦੀ ਪਛਾਣ ਨਹੀਂ ਹੁੰਦੀ। ਦੂਜੀ ਗੱਲ ਫਿਰ ਪਾਤਸ਼ਾਹ ਕਹਿੰਦੇ ਇਸ ਰੋਗ ਦੀ ਦਵਾਈ ਗੁਰੂ ਪਾਸੋਂ ਮਿਲਦੀ ਹੈ। ਉਚਰੋ ਰਾਮ ਨਾਮ ਲਖ ਵਾਰੀ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਤੀਜੀ ਗੱਲ ਫਿਰ ਪਾਤਸ਼ਾਹ ਕਹਿੰਦੇ ਬੇਨਤੀ ਕਰ ਉਸ ਮਾਲਕ ਅੱਗੇ ਕਿ ਤੇਰੇ ਮਨ ਦੇ ਵਿੱਚ ਕਿਸੇ ਪ੍ਰਤੀ ਨਫ਼ਰਤ ਨਾ ਰਵੇ, ਕਿਸੇ ਦਾ ਬੁਰਾ ਸੋਚਣ ਦਾ ਖਿਆਲ ਤੇਰੇ ਮਨ ਅੰਦਰ ਪੈਦਾ ਨਾ ਹੋਵੇ। ਸਗੋਂ ਉਸ ਮਾਲਕ ਅੱਗੇ ਅਰਦਾਸ ਕਰ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਦੀਜੈ ਸਾਧਰ ਵਾਲਾ। ਬਖਸ਼ਿਆ ਹੋਇਆਂ ਦੀ ਚਰਨਾਂ ਦੀ ਧੂੜੀ ਮੈਨੂੰ ਮਿਲ ਜਾਵੇ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ।
ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ। ਕਿਉਂਕਿ ਫਲ ਉਦਾਂ ਦਾ ਮਿਲਣਾ ਜਿੱਦਾਂ ਦੀ ਕਾਰ ਕਮਾਈ ਜਾਵੇਗੀ। ਫਿਰ ਪਾਤਸ਼ਾਹ ਕਹਿੰਦੇ ਬੇਨਤੀ ਕਰੇਗਾ ਉਹ ਮਾਲਕ ਕਿਰਪਾ ਕਰੇਗਾ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਇਹੀ ਤਰੀਕਾ ਹੈ, ਇਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਦੁੱਖਾਂ ਤੋਂ ਨਿਵਰਤੀ ਦਾ ਸਾਧਨ ਹੈ। ਜਿਨ੍ਹਾਂ ਜਿਨ੍ਹਾਂ ਨੇ ਅਪਣਾਇਆ ਉਹਨਾਂ ਦੇ ਦੁੱਖ ਕਲੇਸ਼ ਖਤਮ ਹੋ ਗਏ। ਜਿਨ੍ਹਾਂ ਨੇ ਆਪਣੇ ਆਪ ਦੀ ਪਛਾਣ ਨਹੀਂ ਕੀਤੀ, ਆਪਣੇ ਰੋਗ ਦੀ ਪਛਾਣ ਨਹੀਂ ਕੀਤੀ, ਫਿਰ ਪਾਤਸ਼ਾਹ ਕਹਿੰਦੇ ਉਹ ਰੋਗ ਕਰਕੇ ਇਸ ਸੰਸਾਰ ਤੇ ਬੱਧੇ ਗਏ। ਜਿਵੇਂ ਹਾਥੀ ਬੱਧਿਆ ਗਿਆ, ਮੱਛੀ ਨੂੰ ਦੁੱਖ ਪਾਉਣਾ ਪਿਆ, ਪਤੰਗੇ ਨੂੰ ਦੁੱਖ ਪਾਉਣਾ ਪਿਆ, ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜੇ ਰੋਗ ਦੀ ਪਛਾਣ ਨਾ ਹੋਈ ਤੇ ਹਾਲ ਤੇਰਾ ਵੀ ਉਦਾਂ ਦਾ ਹੀ ਹੋਣਾ। ਸੋ ਸਤਿਗੁਰੂ ਕਿਰਪਾ ਕਰਨ। ਇਹ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਹੈ। ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਰਹਿਮਤ ਕਰਨ, ਬਖਸ਼ਿਸ਼ ਕਰਨ, ਹਾਜ਼ਰੀ ਦਰ ਪ੍ਰਵਾਨ ਕਰਨ। ਆਓ ਸਰਬੱਤ ਸੰਗਤਾਂ ਦਾ ਧੰਨਵਾਦ ਜੀ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਵਾਹਿਗੁਰੂ 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 ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਕਰਨੋ ਨਿਦ ਆਵੇ ਤਾਈ ਕਰਨੋ ਨਿਦ ਆਵੇ ਤਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ
ਚੰਗਿਆਈਆਂ ਬੁਰਿਆਈਆਂ ਮਾਤੈ ਕਰਮ ਕਰਨੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇਆ ਵੇ ਮੁਸਕਤ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਜਿਨੀ ਨਾਮ ਧਿਆਇਆ ਵੇ ਮੁਸਕਤ ਨਾਨਕ ਦੇ ਮੁਖ ਉਜਲੇ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।